अरी बाई गोविंद नाम मत बिसरै। अरी बाई गोविंद नाम मत बिसरै। अरी बाई गोविंद नाम मत बिसरै, मत बिसरै। अरी बाई गोविंद नाम मत बिसरै। अरी बाई गोविंद नाम मत बिसरै। अंतकाल जो लक्ष्मी सिमरै। अंतकाल जो लक्ष्मी सिमरै। ऐसी चिंता सर्प जोन वल वल उतरै। सर्प जोन वल वल उतरै। अरी बाई गोविंद नाम मत बिसरै, मत बिसरै। अरी बाई गोविंद नाम मत बिसरै। अरी बाई गोविंद नाम मत बिसरै। अंतकाल जो स्त्री सिमरै। ऐसी चिंता में ज मरै। अंतकाल ऐसी चिंता में ज मरै। बेसवा जोन वल वल उतरै। बेसवा जोन वल वल उतरै। अरी बाई गोविंद नाम मत बिसरै, मत बिसरै। अरी गोविंद नाम मत बिसरै। अरी बाई गोविंद नाम मत बिसरै।
अंत काल जो लड़के सिमरे, ऐसी चिंता में जे मरे। अंत काल जो लड़के ऐसी चिंता में जे मरे। सूकर जोन वल वल उतरे, सूकर जोन वल वल उतरे। हरि बाई गोविंद नाम मत बिसरै, मत बिसरै। हरि बाई गोविंद नाम मत बिसरै। हरि बाई गोविंद नाम मत बिसरै। अंत काल जो मंदर सिमरे, ऐसी चिंता में जे मरे। अंत काल मंदर ऐसी चिंता में, प्रेत जोन वल वल उतरे, प्रेत जोन वल वल उतरे। हरि बाई गोविंद नाम मत बिसरै, मत बिसरै। हरि बाई गोविंद नाम मत बिसरै। हरि बाई गोविंद नाम मत बिसरै। अंत काल नारायण सिमरे, ऐसी चिंता में जे मरे। अंत काल नारायण ऐसी चिंता में जे मरे। बदत लोचन तेनर मुक्ता पीतंबर वाके हृदय बसै। बदत लोचन तेनर मुक्ता पीतंबर वाके हृदय बसै। हरि बाई गोविंद नाम मत बिसरै। हरि बाई गोविंद नाम मत बिसरै। अंत काल जो लक्ष्मी सिमरै, ऐसी चिंता में जे मरै। अंत काल ऐसी चिंता में जे मरै। सर्प जोन वल वल उतरै, सर्प जोन वल वल उतरै। हरि बाई गोविंद नाम मत बिसरै, मत बिसरै।
हरी बाई गोबिंद नाम मत बिसरै, गोबिंद नाम मत बिसरै, गोबिंद नाम मत बिसरै। हरी बाई गोबिंद नाम मत बिसरै, रहाओ। ਅਸੀਂ ਸਭ ਜਾਣਦੇ ਹਾਂ ਕਿ ਬਾਣੀ ਵਿੱਚ ਇੱਕ ਸ਼ਬਦ ਆਉਂਦਾ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਧਾਨਾ। ਇਹ ਗੁਰਬਾਣੀ ਦਾ ਖਜ਼ਾਨਾ ਹੈ ਔਰ ਇਹ ਖਜ਼ਾਨਾ ਹਰ ਕਿਸੇ ਕੋਲ, ਹਰ ਕਿਸੇ ਦੇ ਅੰਦਰ ਵਸਦਾ ਹੈ। ਜਿਸਕਾ ਗ੍ਰਹਿ ਤਿਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ, ਤਾਂ ਅਸੀਂ ਆਪਣੇ ਇਸ ਖਜ਼ਾਨੇ ਨੂੰ ਆਪ ਹੀ ਤਾਲਾ ਮਾਰਿਆ ਹੋਇਆ, ਆਪ ਅਸੀਂ ਵਰਤਦੇ ਨਹੀਂ ਹਾਂ। ਇਹ ਮੈਂ ਕਿਉਂ ਲਫ਼ਜ਼ ਵਰਤਿਆ ਆਪ ਵਰਤਦੇ ਨਹੀਂ ਹਾਂ, ਕਿਉਂਕਿ ਹਰ ਇਨਸਾਨ ਰੱਬ ਜੀ ਦਾ ਬਣਾਇਆ ਹੋਇਆ ਇੱਕ ਕੀਮਤੀ ਇਨਸਾਨ ਹੈ। ਹਰ ਕਿਸੇ ਨੂੰ ਹੱਕ ਹੈ ਕਿ ਉਹ ਧਰਮ ਦੇ ਮਾਰਗ 'ਤੇ ਟੁਰ ਸਕੇ। ਹਰ ਕਿਸੇ ਕੋਲ ਜਮਾਂਦਰੂ ਹੱਕ ਹੈ ਕਿ ਉਹ ਅੱਛਾ ਇਨਸਾਨ ਬਣ ਸਕਦਾ ਹੈ। ਜਿਵੇਂ ਹਰ ਬੀਜ ਦੇ ਅੰਦਰ ਇੰਨੀ ਤਾਕਤ ਹੁੰਦੀ ਹੈ, ਕੈਪੈਸਿਟੀ ਹੁੰਦੀ ਹੈ ਕਿ ਉਹ ਪੇੜ ਬਣ ਸਕਦਾ ਹੈ, ਫਲ ਫੁੱਲ ਦੇ ਸਕਦਾ ਹੈ। ਇੰਜ ਕੋਈ ਵੀ ਇਨਸਾਨ ਘਟੀਆ ਨਹੀਂ ਹੈ। ਹਰ ਇਨਸਾਨ ਰੱਬ ਜੀ ਦਾ ਸ਼ੁਕਰ ਕਰਕੇ ਰੱਬ ਜੀ ਵੱਲੋਂ ਦਿੱਤੀ ਕੀਮਤੀ ਦਾਤ ਨੂੰ ਮਾਣ ਸਕਦਾ ਹੈ। ਹਰ ਇਨਸਾਨ ਦੇ ਅੰਦਰ ਰੱਬ ਜੀ ਦਾ ਖਜ਼ਾਨਾ ਹੈ, ਪਰ ਜੇ ਸਾਨੂੰ ਉਹ ਖਜ਼ਾਨਾ ਵਰਤਣਾ ਨਾ ਆਏ ਤਾਂ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ। ਕਈ ਲੋਕਾਂ ਕੋਲ ਵਿਵੇਕ ਬੁੱਧੀ ਹੁੰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਕਾਮਨ ਸੈਂਸ ਹੁੰਦੀ ਹੈ। ਜਿਨ੍ਹਾਂ ਕੋਲ ਵਿਵੇਕ ਬੁੱਧੀ ਹੁੰਦੀ ਹੈ ਉਹ ਕੁਛ ਵੀ ਨਾ ਪੜ੍ਹਨ, ਉਹਨਾਂ ਨੂੰ ਅਸੀਂ ਕਹਿੰਦੇ ਇਹ ਪੜ੍ਹੇ ਹਨ ਜਾਂ ਨਹੀਂ ਪਰ ਗੁੜੇ ਹੋਏ ਹਨ। ਸਾਡੇ ਪਿੰਡਾਂ ਵਿੱਚ, ਖਾਸ ਤੌਰ 'ਤੇ ਅਸੀਂ ਪੰਜਾਬ ਵਿੱਚ ਦੇਖਦੇ ਹਾਂ, ਸਾਡੀਆਂ ਮਾਵਾਂ, ਸਾਡੀਆਂ ਨਾਨੀਆਂ, ਦਾਦੀਆਂ, ਪੜਦਾਦੀਆਂ ਭਾਵੇਂ ਕਿਸੇ ਸਕੂਲ ਕਾਲਜ ਪੜ੍ਹੀਆਂ ਨਹੀਂ ਹੁੰਦੀਆਂ ਸੀ, ਪਰ ਗੁੜੀਆਂ ਹੁੰਦੀਆਂ ਸੀ, ਸੁਘੜ ਸੁਜਾਨ ਹੁੰਦੀਆਂ ਸੀ। ਉਹਨਾਂ ਨੂੰ ਸਾਰੇ ਘਰ ਨੂੰ ਇੱਕ ਥੰਮੀ ਵਾਂਗੂ ਟਿਕਾ ਕੇ, ਇੱਕ ਨੀਂਹ ਪਾ ਕੇ, ਸਾਰੇ ਘਰ ਨੂੰ ਬੰਨ੍ਹ ਕੇ ਬੜਾ ਸੋਹਣਾ ਰੱਖਣਾ ਆਉਂਦਾ ਸੀ। ਉਹ ਬੁੱਢੀਆਂ ਹੋ ਕੇ, ਬਜ਼ੁਰਗ ਹੋ ਕੇ ਇਤਨੇ ਸਾਰੇ ਸਰੀਰ ਦੇ ਰੋਗ ਸਹਾਰਦੀਆਂ ਹੋਈਆਂ ਘਰ ਦੇ ਬਜ਼ੁਰਗਾਂ ਦਾ ਵੀ ਧਿਆਨ ਰੱਖਦੀਆਂ ਸੀ, ਨੌਜਵਾਨ ਮੁੰਡੇ ਕੁੜੀਆਂ ਦਾ ਵੀ ਧਿਆਨ ਰੱਖਦੀਆਂ ਸੀ, ਛੋਟੇ ਬੱਚਿਆਂ ਦਾ ਵੀ ਧਿਆਨ ਰੱਖਦੀਆਂ ਸੀ, ਗਾਵਾਂ ਮੱਝਾਂ ਦਾ ਵੀ ਧਿਆਨ ਰੱਖਦੀਆਂ ਸੀ ਔਰ ਚੱਕੀ ਵੀ ਪੀ ਲੈਂਦੀਆਂ ਸਨ, ਸਬਜ਼ੀ ਵੀ, ਔਰ ਗਾਵਾਂ ਮੱਝਾਂ ਨੂੰ ਪੱਠੇ ਵੀ ਪਾਉਂਦੀਆਂ ਸਨ। ਇਹ ਸਾਰੇ ਕੰਮ ਉਹ ਬੜੀ ਜੁਗਤੀ ਨਾਲ ਕਰਦੀਆਂ ਸੀ, ਕੁਦਰਤ ਦੇ ਨੇੜੇ ਰਹਿੰਦੀਆਂ ਸੀ ਔਰ ਸਾਦਗੀ 'ਚ ਰਹਿੰਦੀਆਂ ਸੀ। ਔਰ ਜਦੋਂ ਘਰ ਕੋਈ, ਉਸ ਵੇਲੇ ਫਰਿੱਜ ਨਹੀਂ ਸੀ ਹੁੰਦੇ ਔਰ ਘਰ ਵਿੱਚ ਨਲਕਾ ਨਹੀਂ ਸੀ ਹੁੰਦਾ, ਖੂਹ 'ਚੋਂ ਪਾਣੀ ਗੇੜ ਕੇ ਲਿਆਉਣਾ ਪੈਂਦਾ ਸੀ, ਫਿਰ ਵੀ ਉਹ ਪਾਣੀ ਨੂੰ ਇਤਨਾ ਸੰਭਾਲ ਕੇ ਵਰਤਦੀਆਂ ਸੀ। ਔਰ ਗਰਮੀ 'ਚ ਜਿਸ ਤਰ੍ਹਾਂ ਸਮਾਨ ਖਰਾਬ ਹੋ ਜਾਂਦਾ ਹੈ, ਫਿਰ ਵੀ ਉਹ ਜੁਗਤੀ ਦੇ ਨਾਲ ਸਾਰੇ ਖਾਣ ਪੀਣ ਦਾ ਸਮਾਨ ਇਤਨਾ ਸੰਭਾਲ ਕੇ ਰੱਖਦੀਆਂ ਸੀ ਕਿ ਘਰ ਜੇ ਕੋਈ ਅਚਾਨਕ ਮਹਿਮਾਨ ਕਿਸੇ ਵੇਲੇ ਵੀ ਆ ਜਾਏ,
ਗੈਸ ਦਾ ਚੁੱਲ੍ਹਾ ਨਹੀਂ ਹੁੰਦਾ ਸੀ, ਫਿਰ ਵੀ ਉਹ ਸਾਰਿਆਂ ਵਾਸਤੇ ਉਸੇ ਵੇਲੇ 15 20 50 ਬੰਦਿਆਂ ਵਾਸਤੇ ਇੱਕਦਮ ਲੰਗਰ ਪਕਾ ਲੈਂਦੀਆਂ ਸਨ। ਇਹ ਉਹਨਾਂ ਦਾ ਕੀ ਸੀ? ਇਹ ਉਹ ਗੁੜੀਆਂ ਹੋਈਆਂ ਸੀ, ਸੁਜਾਨ ਸੀ, ਸਿਆਣੀਆਂ ਸੀ। ਇਸ ਤਰ੍ਹਾਂ ਜੇ ਸਾਨੂੰ ਸਭ ਨੂੰ ਜੀਣਾ ਆ ਜਾਏ ਤਾਂ ਸਾਡਾ ਜੀਵਨ ਬਦਲ ਜਾਂਦਾ ਹੈ। ਅਸੀਂ ਉਹਨਾਂ ਕੋਲੋਂ ਇਹ ਮਿਸਾਲ ਤੌਰ 'ਤੇ ਸਿੱਖ ਸਕਦੇ ਹਾਂ ਕਿ ਉਹ ਜਿਸ ਅਕਲ ਦੇ ਨਾਲ, ਜਿਸ ਸੁਜਾਨ ਸਿਆਣੀ ਬੁੱਧੀ ਦੇ ਨਾਲ ਜੀਂਦੀਆਂ ਸੀ, ਘਰ ਨੂੰ ਘਰ ਬਣਾ ਕੇ ਰੱਖਦੀਆਂ ਸੀ, ਔਰ ਆਟਾ ਗੁੰਨਣ ਤੋਂ ਲੈ ਕੇ ਸਬਜ਼ੀ ਬਣਾਉਣ ਤੋਂ ਲੈ ਕੇ ਜ਼ਬਾਨੀ ਪਾਠ ਕਰਦੀਆਂ ਰਹਿੰਦੀਆਂ ਸੀ। ਇਹ ਜਿਹੜੀ ਉਹਨਾਂ ਕੋਲ ਬੁੱਧੀ ਸੀ, ਅਕਲ ਸੀ, ਉਹ ਵਾਲੀ ਬੁੱਧੀ ਅਕਲ ਅਸੀਂ ਗੁਰੂ ਪਾਤਸ਼ਾਹ ਕੋਲੋਂ ਸਿੱਖਦੇ ਹਾਂ। ਜਦੋਂ ਵੀ ਅਸੀਂ ਗੁਰੂ ਪਾਤਸ਼ਾਹ ਕੋਲੋਂ ਕੁਝ ਵੀ ਸਿੱਖਦੇ ਹਾਂ ਤਾਂ ਅਸੀਂ ਉਸ ਕੁੜੀ ਵਾਂਗੂ ਹੁੰਦੇ ਹਾਂ ਜਿਹੜੀ ਕੁੜੀ ਆਪਣੇ ਪੇਕੇ ਆਪਣੀ ਮਾਂ ਕੋਲੋਂ ਚੰਗੇ ਗੁਣ ਸਿੱਖਦੀ ਹੈ। ਔਰ ਜੇ ਉਹ ਚੰਗੇ ਗੁਣ ਨਹੀਂ ਸਿੱਖਦੀ ਹੈ ਤਾਂ ਅੱਗੇ ਜਾ ਕੇ ਸਹੁਰੇ ਠੀਕ ਤਰ੍ਹਾਂ ਵਸ ਨਹੀਂ ਪਾਉਂਦੀ ਹੈ। ਪਰ ਜੇ ਉਹ ਆਪਣੀ ਮਾਂ ਕੋਲੋਂ ਚੰਗੇ ਗੁਣ ਸਿੱਖਦੀ ਹੈ ਤਾਂ ਸਹੁਰੇ ਜਾ ਕੇ ਆਪ ਵੀ ਸੁਖੀ ਰਹਿੰਦੀ ਹੈ, ਸਹੁਰੇ ਵਾਲਿਆਂ ਨੂੰ ਵੀ ਸੁਖੀ ਰੱਖਦੀ ਹੈ, ਔਰ ਆਪਣੇ ਪੇਕੇ ਵਾਲਿਆਂ ਦਾ ਨਾਂ ਵੀ ਉੱਚਾ ਕਰਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਪਈ ਅੜੈ ਸੋ ਸੇਵ ਤੂੰ, ਸਾਵਰੜੈ ਸੁਖ ਵਸ। ਪੇਕੇ ਰਹਿ ਕੇ ਤੂੰ ਸਿੱਖ ਤਾਂ ਕਿ ਆਪਣੇ ਸਹੁਰੇ ਜਾ ਕੇ ਸੁਖੀ ਰਵੇਂ। ਪਈ ਅੜੈ ਸੋ ਸੇਵ ਤੂੰ। ਜਦੋਂ ਅਸੀਂ ਦੁਨੀਆ ਦਾ ਕੋਈ ਵੀ ਇਨਸਾਨ, ਕਿਸੇ ਵੀ ਮਜ਼ਹਬ ਵਾਲਾ ਇਨਸਾਨ, ਭਾਵੇਂ ਰੱਬ ਨੂੰ ਨਹੀਂ ਵੀ ਮੰਨਦਾ, ਜੋ ਵੀ ਮਨੁੱਖ ਚੰਗਾ ਗੁਣ ਸਿੱਖਦਾ ਹੈ ਤਾਂ ਉਸ ਨੂੰ ਪੇਕਾ ਘਰ ਦੀ ਅਵਸਥਾ ਕਹਿੰਦੇ ਨੇ ਬਾਣੀ ਵਿੱਚ। ਔਰ ਜਦੋਂ ਉਸ ਨੂੰ ਅਮਲੀ ਤੌਰ 'ਤੇ ਆਪਣੇ ਜੀਵਨ ਵਿੱਚ ਵਰਤਦਾ ਹੈ, ਐਪਲਾਈ ਕਰਦਾ ਹੈ, ਉਹਨੂੰ ਪ੍ਰਯੋਗ ਵਿੱਚ ਲਿਆਂਦਾ ਹੈ ਤਾਂ ਉਹਨੂੰ ਸੁੱਖ ਮਿਲਦਾ ਹੈ, ਉਹਨੂੰ ਚੈਨ ਮਿਲਦਾ ਹੈ, ਉਹਨੂੰ ਆਤਮਿਕ ਆਨੰਦ ਮਿਲਦਾ ਹੈ। ਇਸ ਨੂੰ ਸਹੁਰਾ ਘਰ ਦੀ ਅਵਸਥਾ ਕਹਿੰਦੇ ਨੇ। ਪਈ ਅੜੈ ਸੋ ਸੇਵ ਤੂੰ, ਸਾਵਰੜੈ ਸੁਖ ਵਸ। ਗੁਰਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਸਾਡੀ ਇੱਕ ਅਸੀਂ ਤੁਹਾਡੇ ਵਾਸਤੇ ਟੇਪਾਂ, ਕਿਤਾਬਾਂ ਔਰ CDs ਲੈ ਕੇ ਆਏ ਹਾਂ ਜੋ ਅਸੀਂ ਥਾਂ ਥਾਂ 'ਤੇ ਸੈਮੀਨਾਰ ਕਰਦੇ ਹਾਂ ਜਾਂ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਕਰਦੇ ਹਾਂ। ਉਹਨਾਂ ਦੀਆਂ ਟੇਪਾਂ ਕਿਤਾਬਾਂ 'ਚੋਂ ਇੱਕ CD ਜਿਹੜੀ ਸੈਮੀਨਾਰ ਅਸੀਂ ਕੀਤਾ ਸੀ ਪੇਕਾ ਸਹੁਰਾ, ਉਹਦੇ ਵਿੱਚ ਅਸੀਂ ਸਿੱਖਿਆ ਸੀ ਇਹ ਸਭ ਕੁਝ ਕਿ ਗੁਰਮਤਿ 'ਚ ਪੇਕੇ ਅਤੇ ਸਹੁਰੇ ਕਿਸ ਨੂੰ ਕਹਿੰਦੇ ਨੇ। ਸੋ ਜੋ ਮੈਂ ਤੁਹਾਡੇ ਨਾਲ ਹੁਣੇ ਸਾਂਝ ਕੀਤੀ, ਉਹਦੇ ਵਿੱਚ ਇਹ ਸਾਂਝ ਕੀਤਾ, ਦੁਨੀਆ ਦਾ ਕੋਈ ਵੀ ਮਨੁੱਖ, ਸਿਰਫ ਕੁੜੀ ਨਹੀਂ, ਦੁਨੀਆ ਦਾ ਕੋਈ ਇਸਤਰੀ ਮਰਦ, ਛੋਟਾ ਵੱਡਾ, ਬੁੱਢਾ ਨੌਜਵਾਨ, ਵਿਆਹਿਆ ਹੋਇਆ ਜਾਂ ਨਾ ਵਿਆਹਿਆ ਹੋਇਆ, ਅਮੀਰ ਗਰੀਬ, ਜੋ ਵੀ ਇਨਸਾਨ ਭਾਵੇਂ ਉਹ ਰੱਬ ਨੂੰ ਨਾ ਮੰਨਦਾ ਹੋਵੇ, ਜਦੋਂ ਉਹ ਚੰਗਾ ਗੁਣ ਸਿੱਖਦਾ ਹੈ ਗੁਰਮਤਿ 'ਚ ਇਹਨੂੰ ਪੇਕੇ ਦੀ ਅਵਸਥਾ ਕਹਿੰਦੇ ਹਨ। ਔਰ ਜਦੋਂ ਉਹ ਚੰਗੇ ਗੁਣ ਨੂੰ ਆਪਣੇ ਜੀਵਨ 'ਚ ਅਮਲ ਵਿੱਚ ਲਿਆਂਦਾ ਹੈ, ਇਹਨੂੰ ਸਹੁਰਾ ਘਰ ਦੀ ਅਵਸਥਾ ਕਹਿੰਦੇ ਹਨ। ਸਹੁਰੇ ਘਰ ਦੇ ਬਾਰੇ ਅਸੀਂ ਸੁਣਿਆ ਕਿ ਜਦੋਂ ਅਸੀਂ ਮਰ ਜਾਵਾਂਗੇ ਸਰੀਰਕ ਤੌਰ 'ਤੇ ਤਾਂ ਅਸੀਂ ਰੱਬ ਜੀ ਦੇ ਘਰ, ਸਹੁਰੇ ਘਰ ਜਾਵਾਂਗੇ। ਸਾਡਾ ਇਸ ਗੱਲ ਵੱਲੋਂ ਭੁਲੇਖਾ ਲੱਥ ਗਿਆ ਕਿ ਮਰਨ ਤੋਂ ਬਾਅਦ ਸਹੁਰੇ ਘਰ ਜਾਵਾਂਗੇ ਜਾਂ ਅੱਜ ਅਸੀਂ ਰੱਬ ਜੀ ਦੇ ਨਾਲ ਇਕਮਿਕ ਅਵਸਥਾ ਜੀਂਦੇ ਹਾਂ ਤਾਂ ਇਸ ਨੂੰ ਸਹੁਰਾ ਘਰ ਦੀ ਅਵਸਥਾ ਕਹਿੰਦੇ ਹਨ। ਸੋ ਅਸੀਂ ਇਹ ਬਿਲਕੁਲ ਸਾਫ਼-ਸਾਫ਼ ਆਪਣਾ ਭਰਮ ਕੱਢ ਲਿਆ
ਕਿ ਮਰਨ ਤੋਂ ਬਾਅਦ ਰੱਬ ਦੇ ਘਰ ਜਾਵਾਂਗੇ ਜਾਂ ਨਹੀਂ ਜਾਵਾਂਗੇ, ਅਸੀਂ ਜੀਂਦੇ ਜੀ ਰੱਬ ਜੀ ਦੇ ਘਰ ਜਾਣਾ ਹੈ। ਜੀਂਦੇ ਜੀ ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੁੰਜੜੀਆਂ ਮਨੋ ਮਚੰਦੜੀਆਂ, ਅੱਜ ਉਹ ਅਵਸਥਾ ਪ੍ਰਾਪਤ ਕਰ ਸਕਦੇ ਹਾਂ। ਤੁਹਾਡੇ ਚੋਂ ਕਿਤਨੇ ਸੱਜਣ ਮੇਰੇ ਨਾਲ ਸਹਿਮਤ ਹੋ ਸਕਦੇ ਹਨ, ਕਈ ਸੱਜਣ ਸਹਿਮਤ ਨਹੀਂ ਵੀ ਹੋ ਸਕਦੇ ਹਨ, ਪਰ ਸਾਡੇ ਘਰਾਂ 'ਚ ਵੇਖਣ ਨੂੰ ਮਿਲਦਾ ਹੈ, ਜਦੋਂ ਸਾਡਾ ਬੱਚਾ ਕੋਈ ਚੰਗਾ ਕੰਮ ਕਰਕੇ ਆਏ ਤਾਂ ਸਾਡਾ ਪਿਤਾ ਬੋਲਦਾ ਹੈ, ਆਖਿਰਕਾਰ ਪੁੱਤਰ ਕਿਹਦਾ ਹੈ? ਮੇਰਾ ਪੁੱਤਰ ਹੈ। ਔਰ ਜਦੋਂ ਬੱਚਾ ਕੋਈ ਕੰਮ ਗਲਤ ਕਰਕੇ ਆਏ ਤਾਂ ਕਹਿੰਦੇ ਹਨ, ਮਾਂ ਨੂੰ ਤੂੰ ਲਾਡ ਨਾਲ ਵਿਗਾੜਿਆ, ਤੂੰ ਇਹਦਾ ਧਿਆਨ ਨਹੀਂ ਕਰਦੀ। ਇਹ ਆਮ ਤੌਰ 'ਤੇ ਇਸਤਰੀ ਨੂੰ ਠਿੱਠ ਕੀਤਾ ਜਾਂਦਾ ਹੈ, ਉਸ ਨੂੰ ਨੀਵਾਂ ਪਾਇਆ ਜਾਂਦਾ ਹੈ। ਪਰ ਮੈਨੂੰ ਸੈਮੀਨਾਰਾਂ ਤੋਂ ਬਾਅਦ ਸਵਾਲ ਜਵਾਬ ਹੁੰਦੇ ਨੇ ਜਾਂ ਲੋਕੀ ਆ ਕੇ ਮਿਲਦੇ ਨੇ, ਕਿਉਂਕਿ ਅਸੀਂ ਲੋਕਾਂ ਦੀ ਕਾਉਂਸਲਿੰਗ ਕਰਦੇ ਹਾਂ। ਕਾਉਂਸਲਿੰਗ ਵੇਲੇ ਵੀ ਸਾਨੂੰ ਲੋਕੀ ਮਿਲਦੇ ਨੇ ਔਰ ਕਿਤਨੀਆਂ ਮਾਵਾਂ ਸਾਨੂੰ ਕਹਿੰਦੀਆਂ, ਮੇਰਾ ਪੁੱਤਰ, ਮੇਰਾ ਬੱਚਾ ਗੁੱਸਾ ਬਹੁਤ ਕਰਦਾ ਹੈ, ਪਿਓ ਤੇ ਗਿਆ ਬਿਲਕੁਲ। ਕਿਤਨੇ ਪਿਓ ਵੀ ਆ ਕੇ ਇਸ ਗੱਲ ਨੂੰ ਮੰਨਦੇ ਹਨ ਕਿ ਮੇਰਾ ਪੁੱਤਰ ਗੁੱਸਾ ਬਹੁਤ ਕਰਦਾ ਹੈ, ਮੇਰੇ ਨਾਲ ਉਹਦੀ ਬਣਦੀ ਨਹੀਂ ਹੈ, ਇਸ ਕਰਕੇ ਉਹ ਘਰ ਛੱਡ ਕੇ ਚਲਾ ਗਿਆ। ਪੁੱਤਰ ਨੇ ਗੁੱਸਾ ਕਿੱਥੋਂ ਲਿਆ? ਬੱਚੇ ਨੇ ਗੁੱਸਾ ਦੇਖਿਆ, ਮੇਰਾ ਪਿਓ ਇਸ ਤਰ੍ਹਾਂ ਗੁੱਸਾ ਕਰਦਾ ਹੈ। ਕਈ ਜਗ੍ਹਾ ਹੋ ਸਕਦਾ ਹੈ ਮੈਨੂੰ ਦੇਖਣ ਨੂੰ ਨਹੀਂ ਮਿਲਿਆ, ਪਰ ਹੋ ਸਕਦਾ ਹੈ ਕਈ ਮਾਵਾਂ ਆਪਣੇ ਬੱਚੇ ਨੂੰ ਭੈੜਾ ਕਹਿ ਕੇ, ਗਾਲ ਕੱਢ ਕੇ ਗੁੱਸੇ ਨਾਲ ਬੁਲਾਉਂਦੀਆਂ ਹੋਣ, ਪਰ ਕਿਉਂਕਿ ਮੈਂ ਆਪਣੀਆਂ ਮਾਵਾਂ, ਨਾਨੀਆਂ, ਦਾਦੀਆਂ ਨੂੰ ਦੇਖਿਆ ਹੈ, ਉਹ ਸਭ ਨੂੰ ਮੈਂ ਪਿਆਰ ਨਾਲ ਬੁਲਾਉਂਦਿਆਂ ਦੇਖਿਆ। ਮੈਨੂੰ ਨਹੀਂ ਪਤਾ ਕਿ ਕੋਈ ਮਾਂ ਭੈੜੇ ਤਰੀਕੇ ਨਾਲ ਬੁਲਾਉਂਦੀ ਹੋਵੇ। ਲੇਕਿਨ ਇਹ ਸਭ ਕੁਝ ਹੁੰਦਾ ਕੀ ਹੈ? ਇਹ ਸਭ ਕੁਝ ਇੰਝ ਹੁੰਦਾ ਹੈ ਜਦੋਂ ਅਸੀਂ ਕੁਝ ਸਿੱਖਣਾ ਨਹੀਂ ਚਾਹੁੰਦੇ। ਜਦੋਂ ਕਦੇ ਵੀ ਵਿਆਹ ਹੋ ਜਾਂਦਾ ਹੈ ਤਾਂ ਸਾਰੇ ਕੁੜੀ ਨੂੰ ਹੀ ਸਿਖਾਉਂਦੇ ਨੇ, ਤੂੰ ਸਿੱਖ ਲੈ ਨਮਰਤਾ, ਤੂੰ ਸਿੱਖ ਲੈ ਪੱਬਾ ਪਾਣਾ ਜੀ, ਪੱਬਾ ਪੁੱਲੀ ਜੀ, ਪੱਬਾ ਪਲਾ ਜੀ। ਭਾਵੇਂ ਮੇਰਾ ਪੁੱਤਰ ਸਿੱਖੇ ਨਾ ਸਿੱਖੇ, ਤੂੰ ਸਿੱਖ ਲੈ। ਪਰ ਆਖਿਰਕਾਰ ਤੇ ਘਰ ਅੰਦਰ ਲੜਾਈ ਤਾਂ ਹੀ ਹੁੰਦੀ ਹੈ ਜਦੋਂ ਉਹਦਾ ਪਤੀ ਉਹਦੇ ਨਾਲ ਠੀਕ ਤਰੀਕੇ ਨਾਲ ਗੱਲ ਨਾ ਕਰੇ। ਜੇ ਜਾਨਵਰਾਂ ਵਾਂਗੂ ਉਹਦੇ ਨਾਲ ਲੜੇ, ਉਸ ਨੂੰ ਆਪਣੇ ਪੈਰ ਦੀ ਥੱਲੇ ਜੁੱਤੀ ਵਾਂਗੂ ਦਬਾ ਕੇ ਰੱਖੇ, ਉਹਨੂੰ ਰਾਜ ਅਭਿਮਾਨ ਕਹਿੰਦੇ ਨੇ, ਤਾਂ ਉਹ ਕੁੱਤੇ ਦੀ ਨਿਆਈ ਉਸ ਨੂੰ ਰੱਖਦਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਸ ਕੈ ਅੰਤਰ ਰਾਜ ਅਭਿਮਾਨ। ਜਦੋਂ ਕਿਸੇ ਵੀ ਇੱਕ ਮਨੁੱਖ ਨੂੰ ਆਪਣੇ ਥੱਲੇ ਦਬਾ ਕੇ ਰੱਖਣ ਦੀ ਗਲਤ ਆਦਤ ਪੈ ਜਾਏ, ਗਲਤ ਖਿਆਲ ਆਵੇ, ਉਹਨੂੰ ਕਹਿੰਦੇ ਨੇ ਜਿਸ ਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ। ਸੁਆਨ ਦਾ ਮਤਲਬ ਹੁੰਦਾ ਕੁੱਤਾ। ਉਹ ਉਸੇ ਵੇਲੇ ਨਰਕ ਵਿੱਚ ਪੈ ਜਾਂਦਾ ਹੈ ਅਤੇ ਕੁੱਤੇ ਦੀ ਨਿਆਈ ਭੌਂਕਦਾ ਹੈ, ਬੁਰਾ ਭਲਾ ਬੋਲਦਾ ਹੈ। ਜੇਕਰ ਕੋਈ ਇਸਤਰੀ ਵੀ ਇੰਝ ਕਰੇ ਤਾਂ ਉਹ ਵੀ ਕੁੱਤੇ ਦੀ ਜੂਨ ਵਿੱਚ ਉਸ ਵੇਲੇ ਪੈ ਜਾਂਦੀ ਹੈ ਮਾਨੋ। ਸੋ ਅਸੀਂ ਸਿੱਖਦੇ ਹਾਂ ਜਦੋਂ, ਭਾਵੇਂ ਉਹ ਇਸਤਰੀ ਹੋਵੇ ਭਾਵੇਂ ਮਰਦ ਹੋਵੇ, ਜਦੋਂ ਅਸੀਂ ਸਿੱਖਦੇ ਹਾਂ ਤੇ ਅਸੀਂ ਪੇਕੇ ਦੀ ਅਵਸਥਾ 'ਚ ਹੁੰਦੇ ਹਾਂ। ਔਰ ਜੇ ਅਸੀਂ ਨਾ ਸਿੱਖੀਏ ਤਾਂ ਅਸੀਂ ਆਨੰਦ ਔਰ ਸੁੱਖ ਨਹੀਂ ਮਾਣ ਸਕਦੇ। ਸਿੱਖ ਜਾਂਦੇ ਹਾਂ
ਤਾਂ ਸਾਨੂੰ ਸੁੱਖ ਮਿਲਦਾ। ਤੁਸੀਂ ਸਾਰੇ ਮੇਰੇ ਨਾਲ ਆਪ ਹੀ ਗੱਲਾਂ ਕਰਦੇ ਹੋ ਕਿ ਜਦੋਂ ਮੈਂ ਪਿੰਡ ਵਿੱਚ ਸੀ, ਆਪਣੇ ਪੰਜਾਬ ਵਿੱਚ ਸੀ, ਇਟਲੀ ਆਉਣ ਤੋਂ ਪਹਿਲਾਂ, ਤਾਂ ਮੈਨੂੰ ਘਰ ਦਾ ਕੰਮ ਨਹੀਂ ਕਰਨਾ ਆਉਂਦਾ ਸੀ। ਕਿਉਂ? ਉੱਥੇ ਮਾਵਾਂ ਕਰ ਦਿੰਦੀਆਂ ਹਨ। ਇੱਥੇ ਜਦੋਂ ਮੈਂ ਇਕੱਲਾ ਰਹਿੰਦਾ ਹਾਂ, ਮੈਨੂੰ ਕੱਪੜੇ ਵੀ ਧੋਣੇ ਆ ਗਏ ਨੇ, ਮੈਨੂੰ ਰੋਟੀ ਪਕਾਉਣੀ ਵੀ ਆ ਗਈ ਹੈ, ਅਤੇ ਮੈਂ ਸਫਾਈ ਵੀ ਰੱਖ ਲੈਂਦਾ ਹਾਂ। ਆਪਣਾ ਬਾਥਰੂਮ ਔਰ ਕਿਚਨ ਵੀ ਮੈਂ ਸਾਫ਼ ਕਰ ਲੈਂਦਾ ਹਾਂ। ਇਹ ਕੀ ਹੋਇਆ? ਸਿੱਖਿਆ। ਪਰ ਸਿੱਖਣ ਦੇ ਨਾਲ ਕੀ ਹੋਇਆ? ਸੁੱਖ ਮਿਲਿਆ। ਜਿਉਂ-ਜਿਉਂ ਅਸੀਂ ਸਿੱਖਦੇ ਹਾਂ, ਤਿਉਂ-ਤਿਉਂ ਅਸੀਂ ਆਪਣਾ ਕੂੜ ਕਬਾੜ ਨੂੰ ਦੂਰ ਕਰਦੇ ਜਾਂਦੇ ਹਾਂ। ਗੁਰਬਾਣੀ ਪੜ੍ਹ ਕੇ ਅਸੀਂ ਆਪਣੇ ਔਗੁਣਾ ਰੂਪੀ ਕੂੜ ਨੂੰ ਦੂਰ ਕਰਦੇ ਹਾਂ। ਜੇ ਗੁਰਬਾਣੀ ਪੜ੍ਹ ਕੇ ਮੈਂ ਆਪਣੇ ਔਗੁਣ ਦੂਰ ਹੀ ਨਹੀਂ ਕੀਤੇ, ਤਾਂ ਮੇਰਾ ਜਿਹੜਾ ਜੀਵਨ ਹੁੰਦਾ ਹੈ, ਉਹਨੂੰ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਮੈਂ ਦੇਖਣ ਵਿੱਚ ਮਨੁੱਖ ਹੈ ਹੀ ਨਹੀਂ। ਅਸੀਂ ਸਾਰੇ ਆਪਣੇ ਆਪ ਨੂੰ ਮਨੁੱਖ ਸਮਝਦੇ ਹਾਂ, ਪਰ ਸਾਡੇ ਕਰਮ ਮਨੁੱਖਾਂ ਵਾਲੇ ਨਹੀਂ ਹੁੰਦੇ। ਜਦੋਂ ਨਹੀਂ ਹੁੰਦੇ ਤਾਂ ਆਮ ਤੌਰ 'ਤੇ ਗੱਲ ਇੰਝ ਵਾਪਰ ਜਾਂਦੀ ਹੈ। ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ, ਤੁਸੀਂ ਇਹ ਜਿਹੜਾ ਰੋਜ਼ ਡਾਕਟਰ ਕੋਲ ਜਾਂਦੇ ਹੋ, ਤੁਸੀਂ ਠੀਕ ਨਹੀਂ ਹੋ ਸਕਦੇ। ਉਹ ਪੁੱਛਦਾ, ਕਿਉਂ ਨਹੀਂ ਠੀਕ ਹੋ ਸਕਦੇ? ਕਹਿੰਦੀ ਹੈ, ਇਹ ਜਿਹੜਾ ਡਾਕਟਰ ਹੈ ਨਾ, ਇਹ ਡਾਕਟਰ ਮਨੁੱਖਾਂ ਦਾ ਡਾਕਟਰ ਹੈ। ਤੁਹਾਨੂੰ ਕੋਈ ਜਾਨਵਰਾਂ ਦੇ ਡਾਕਟਰ ਕੋਲ ਜਾਣਾ ਚਾਹੀਦਾ, ਡੰਗਰਾਂ ਦੇ ਜਾਨਵਰ ਕੋਲ ਜਾਣਾ ਚਾਹੀਦਾ, ਕਿਉਂਕਿ ਸਾਰਾ ਦਿਨ ਕੁੱਤੇ ਵਾਂਗੂ ਭੌਂਕਦੇ ਹੋ, ਕੁੱਤੇ ਵਾਂਗੂ ਦਰ-ਦਰ ਭਟਕਦੇ ਰਹਿੰਦੇ ਹੋ। ਜਿੱਥੇ ਕਿਤੇ ਬਹਿਸ ਹੁੰਦੀ ਹੈ, ਸਾਂਢ ਵਾਂਗੂ ਸਿੰਗ ਫਸਾ ਕੇ ਲੜਦੇ ਰਹਿੰਦੇ ਹੋ। ਜਿੱਥੇ ਕਿਤੇ ਤੁਹਾਨੂੰ ਮਨ ਹੋਰ ਮੁੱਖ ਵਾਲਾ ਕੰਮ ਕਰਨਾ ਹੁੰਦਾ, ਮਨ ਹੋਰ ਮੁੱਖ ਹੋਰ, ਉਹਨੂੰ ਹਿਪੋਕ੍ਰੇਸੀ ਕਹਿੰਦੇ ਨੇ ਅੰਗਰੇਜ਼ੀ ਵਿੱਚ। ਬਹਿਰੂਪੀਆ ਬਣ ਜਾਂਦੇ ਹੋ। ਉਸ ਵੇਲੇ ਤੁਸੀਂ ਗਿਰਗਿਟ ਵਾਂਗੂ ਰੰਗ ਬਦਲ ਲੈਂਦੇ ਹੋ। ਘਰ ਅਮੀਰ ਆਏ ਤਾਂ ਤੁਸੀਂ ਅਮੀਰ ਨੂੰ ਚੜ੍ਹੇ ਸੂਰਜ ਨੂੰ ਸਲਾਮ ਕਰਦੇ ਹੋ, ਗਰੀਬ ਆਏ ਤਾਂ ਉਹਨੂੰ ਤੁਸੀਂ ਪੁੱਛਦੇ ਨਹੀਂ ਹੋ। ਗਾਵਾਂ ਮੱਝਾਂ ਵਾਂਗੂ ਖਾ ਕੇ ਮਸਤ ਹੋ ਕੇ ਸੌ ਜਾਂਦੇ ਹੋ, ਤਾਂ ਤੁਹਾਨੂੰ ਸਾਰੇ ਰੋਗ ਤੇ ਜਾਨਵਰਾਂ ਵਾਲੇ ਹੀ ਚੰਬੜੇ ਹੋਏ ਨੇ ਨਾ। ਤਾਂ ਤੁਹਾਨੂੰ ਮਨੁੱਖਾਂ ਵਾਲੇ ਡਾਕਟਰ ਕੋਲ ਨਹੀਂ ਜਾਣਾ ਚਾਹੀਦਾ, ਤੁਹਾਨੂੰ ਜਾਨਵਰਾਂ ਦੇ, ਡੰਗਰਾਂ ਦੇ ਡਾਕਟਰ ਕੋਲ ਜਾਣਾ ਚਾਹੀਦਾ। ਤੁਹਾਡਾ ਇਲਾਜ ਉਹ ਕਰੇਗਾ। ਮੇਰੀ ਗੱਲ ਜੇ ਤੁਹਾਨੂੰ ਚੁੱਭ ਗਈ ਹੋਵੇ ਤਾਂ ਮੈਨੂੰ ਮਾਫ਼ ਵੀ ਕਰ ਦੇਣਾ, ਕਿਉਂਕਿ ਮੈਂ ਤੇ ਸਾਂਝ ਕਰ ਰਿਹਾ ਆਪਣੇ ਆਪ ਨੂੰ ਸਵਾਰਨ ਬਾਰੇ। ਜੇ ਮੈਂ ਲਾਲਚੀ ਹਾਂ, ਮੈਂ ਕੁੱਤੇ ਦੀ ਨਿਆਈ ਹਾਂ। ਜੇ ਮੈਂ ਲੋਭੀ ਹਾਂ, ਮੈਂ ਕੁੱਤੇ ਦੀ ਨਿਆਈ ਹਾਂ। ਜੇ ਮੈਨੂੰ ਜੀਭ ਦਾ ਚਸਕਾ ਹੈ, ਮੈਂ ਮੱਛੀ ਦੀ ਨਿਆਈ ਹਾਂ। ਜੇ ਮੈਂ ਕੋਈ ਗੱਲ ਸਮਝਣਾ ਚਾਹੁੰਦਾ ਹੀ ਨਹੀਂ ਹਾਂ, ਮੇਰੀ ਜ਼ਿੱਦਬਾਜ਼ੀ ਹੈ, ਮੈਂ ਨਾ ਮਾਨੂੰ, ਤਾਂ ਮੈਂ ਖੋਤੇ ਦੀ ਨਿਆਈ ਹੀ ਹਾਂ। ਖੋਤੇ ਨੂੰ ਸਟੱਬਨ ਕਹਿੰਦੇ ਨੇ। ਸਟੱਬਨ ਹੁੰਦਾ ਜਿਹੜਾ ਜ਼ਿੱਦੀ ਹੁੰਦਾ, ਮੈਂ ਨਾ ਮਾਨੂੰ। ਜਦੋਂ ਸਾਨੂੰ ਐਸੀਆਂ ਆਦਤਾਂ ਪੈ ਜਾਂਦੀਆਂ ਤਾਂ ਅਸੀਂ ਜਾਨਵਰ ਹੀ ਤੇ ਹੁੰਦੇ ਹਾਂ। ਔਰ ਜਦੋਂ ਅਸੀਂ ਜਾਨਵਰ ਹੁੰਦੇ ਹਾਂ, ਉਸ ਵੇਲੇ ਗੁਰੂ ਪਾਤਸ਼ਾਹ ਸਾਨੂੰ ਜਾਨਵਰ ਤੋਂ ਮਨੁੱਖ ਬਣਾ ਸਕਦੇ ਨੇ।
ਜਦੋਂ ਬਾਣੀ ਚ ਆਏਗਾ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਜਿਨ੍ਹਾਂ ਨੇ ਸਤਿਗੁਰ ਦੀ ਗੱਲ ਨੂੰ ਸਮਝਿਆ ਹੀ ਨਹੀਂ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀ। ਉਹ ਮਨੁੱਖ ਹੈ ਹੀ ਨਹੀਂ ਨੇ। ਓਏ ਮਾਨਸ ਜੂਨ ਨਾ ਆਖੀਆਂ। ਅੱਛਾ, ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਮਨੁੱਖ ਨਹੀਂ ਕਹਿੰਦੇ ਨੇ, ਮਨੁੱਖਾ ਜੂਨ ਨਹੀਂ ਕਹਿੰਦੇ ਨੇ। ਮੈਂ ਤੇ ਸੋਚ ਰਿਹਾ ਸੀ ਇਹ ਮੇਰੀ ਮਨੁੱਖਾ ਜੂਨ ਹੈ, ਮੈਂ ਇਸ ਸਰੀਰ ਨੂੰ ਮਨੁੱਖਾ ਜੂਨ ਸਮਝ ਕੇ ਬੈਠਾ ਸੀ। ਮੈਂ ਤੇ ਭੁਲੇਖੇ ਵਿੱਚ ਸੀ ਕਿ ਵੀ 84 ਲੱਖ ਜੂਨਾਂ ਕੱਟ ਕੇ ਮੈਂ ਪਿਛਲੇ ਜਨਮਾਂ 'ਚ ਕੁੱਤਾ ਬਿੱਲੀ ਸੱਪ ਸੀ ਔਰ ਅਗਲੇ ਜਨਮ ਵਿੱਚ ਫਿਰ ਕੁੱਤਾ ਬਿੱਲੀ ਸੱਪ ਬਣ ਜਾਵਾਂਗਾ ਔਰ 84 ਦੇ ਗੇੜ 'ਚ ਪੈ ਜਾਵਾਂਗਾ। ਪਰ ਤੁਸੀਂ ਤੇ ਮੈਨੂੰ ਹੁਣ ਵੀ ਇਹ ਵਾਲਾ ਸਰੀਰ ਵੀ ਮਨੁੱਖਾ ਜੂਨ ਨਹੀਂ ਮੰਨ ਰਹੇ। ਇਹ ਤੁਹਾਡੇ ਨਾਲ ਸਾਂਝ ਕਰ ਰਿਹਾ ਮੈਂ ਬਾਣੀ ਦੀ ਕਸਵੱਟੀ ਦੀ, ਕਿ ਬਾਣੀ ਕਿਸ ਤਰ੍ਹਾਂ ਸਾਨੂੰ ਸਿਖਾਉਂਦੀ ਹੈ। ਤਾਂ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀ। ਉਹਨਾਂ ਨੂੰ ਮਨੁੱਖਾ ਜੂਨ ਨਹੀਂ ਕਹਿੰਦੇ ਨੇ। ਫਿਰ ਗੁਰੂ ਪਾਤਸ਼ਾਹ ਜੀ ਕੀ ਕਹਿੰਦੇ ਨੇ, ਪੁੱਛੀਏ। ਗੁਰੂ ਪਾਤਸ਼ਾਹ ਕਹਿੰਦੇ ਨੇ ਓਏ ਮਾਨਸ ਜੂਨ ਨਾ ਆਖੀਐ, ਪਸ਼ੂ ਢੋਰ ਗਵਾਰ। ਉਹ ਪਸ਼ੂ ਨੇ, ਢੋਰ ਨੇ, ਗਵਾਰ ਨੇ। ਪਰ ਸਾਡੇ ਘਰਾਂ ਦੇ ਵਿਚਕਾਰ ਜਿਹੜਾ ਗਵਾਰ ਹੋਏ ਉਸ ਨੂੰ ਅਸੀਂ ਦੇਖਦੇ ਤੇ ਮਨੁੱਖੀ ਹਾਂ। ਗਵਾਰ ਦੇਖਣ ਵਿੱਚ ਮਨੁੱਖ ਲੱਗਦਾ ਹੈ, ਪਰ ਗੁਰੂ ਪਾਤਸ਼ਾਹ ਗਵਾਰ ਨੂੰ ਮਨੁੱਖਾ ਜੂਨ ਨਹੀਂ ਮੰਨ ਰਹੇ, ਪਸ਼ੂ ਨੂੰ ਮਨੁੱਖਾ ਜੂਨ ਨਹੀਂ ਮੰਨ ਰਹੇ। ਸਾਡੇ ਨਾਲੋਂ ਧੋਬੀ ਚੰਗਾ ਜਿਹੜਾ ਧੋਬੀ ਆਪਣੇ ਖੋਤੇ ਨੂੰ ਕਹਿੰਦਾ ਹੈ ਤੂੰ ਸੁਧਰ ਜਾ, ਤੈਨੂੰ ਮੈਂ ਇੱਕ ਦਿਨ ਬੰਦਾ ਬਣਾ ਦੇਣਾ। ਅਸੀਂ ਰੋਜ਼ ਗੁਰੂ ਕੋਲ ਆਉਂਦੇ ਹਾਂ ਔਰ ਅਸੀਂ ਬੰਦਾ ਨਹੀਂ ਬਣਦੇ। ਕਿਉਂ ਨਹੀਂ ਬਣਦੇ? ਕਿਉਂਕਿ ਸਾਨੂੰ ਇਹ ਭੁਲੇਖਾ ਪੈ ਗਿਆ ਮੈਂ ਧਰਮ ਦਾ ਕੰਮ ਪੂਰਾ ਕਰ ਲਿਆ, ਪੈਸੇ ਮੱਥਾ ਟੇਕਣੇ ਸੀ ਮੈਂ ਦੇ ਟੇਕ ਦਿੱਤੇ, ਪਰਿਕਰਮਾ ਕਰਨੀ ਸੀ ਮੈਂ ਕਰ ਲਈ, ਲੰਗਰ ਕਰਾਉਣਾ ਸੀ ਉਹ ਮੈਂ ਕਰਾ ਦਿੱਤਾ, ਖਾਣਾ ਸੀ ਮੈਂ ਖਾ ਲਿਆ, ਪਕਾਉਣਾ ਸੀ ਮੈਂ ਪਕਾ ਦਿੱਤਾ, ਜੋੜਿਆਂ ਦੀ ਸੇਵਾ ਕਰਨੀ ਸੀ ਉਹ ਮੈਂ ਕਰ ਦਿੱਤੀ, ਨਗਰ ਕੀਰਤਨ ਤੇ ਜਾਣਾ ਸੀ ਮੈਂ ਹੋ ਆਇਆ। ਹੁਣ ਦੱਸੋ ਮੈਨੂੰ ਕੀ ਸੁਧਰਨਾ ਹੈ? ਸਾਧ ਸੰਗਤ ਜੀ, ਇਹ ਜਿਤਨੀਆਂ ਗੱਲਾਂ ਮੈਂ ਕਰ ਰਿਹਾ ਇਹ ਮੈਂ ਮਨਾ ਨਹੀਂ ਕਰ ਸਕਦਾ। ਔਰ ਦੂਜੀ ਗੱਲ, ਜੇ ਮੈਂ ਮਨਾ ਕਰਾਂ ਤਾਂ ਤੁਸੀਂ ਮੰਨੋਗੇ ਵੀ ਨਹੀਂ। ਇਸ ਕਰਕੇ ਮੈਨੂੰ ਇਸ ਗੱਲ ਦਾ ਭੁਲੇਖਾ ਨਹੀਂ ਹੈ ਕਿ ਮੈਂ ਮਨਾ ਕਰਾਂ। ਮੈਂ ਬੇਨਤੀ ਕਰ ਰਿਹਾ, ਇਹ ਸਭ ਕੁਝ ਕਰਦਿਆਂ ਹੋਇਆਂ ਆਪਣਾ ਆਪ ਸੰਵਾਰਨਾ ਹੈ। ਆਪ ਸਵਾਰੇ ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਹ ਕੌਣ ਕਹਿ ਰਿਹਾ ਜੇ ਤੂੰ ਮੇਰਾ ਹੋਏ ਰਹੇ? ਰੱਬ ਜੀ। ਆਪ ਸਵਾਰੇ ਮੈਂ ਮਿਲਿਆ, ਇਹ ਮੈਂ ਕੌਣ ਹੈ? ਰੱਬ ਜੀ। ਰੱਬ ਜੀ ਮੇਰੇ ਅੰਦਰ ਵਸਦੇ ਨੇ। ਕਿਤਨਾ ਸੌਖਾ ਸੌਖਾ ਹੈ। ਆਪਣੇ ਆਪ ਨੂੰ ਸਵਾਰਨਾ ਹੈ। ਜੇ ਨਹੀਂ ਸਵਾਰਿਆ ਤੇ ਅਸੀਂ ਕਰਤੂਤ ਪਸ਼ੂ ਕੀ ਹਾਂ, ਦੇਖਣ ਇਸ ਮਾਨਸ ਜਾਤ ਲੱਗਦੇ ਹਾਂ। ਗੁਰੂ ਪਾਤਸ਼ਾਹ ਇਸ ਨੂੰ ਕਹਿੰਦੇ ਨੇ ਪਸ਼ੂ ਮਾਨਸ ਚੰਮ ਪਲੇਟੇ। ਮਨੁੱਖਾਂ ਵਾਲਾ ਚਮੜਾ ਲਪੇਟਿਆ ਹੋਇਆ ਹੈ। ਪਸ਼ੂ ਮਾਨਸ ਚੰਮ ਪਲੇਟੇ, ਅੰਦਰੋਂ ਕਾਲਿਆ। ਅੰਦਰੋਂ ਤੇਰੇ ਕਾਲਖ ਲੱਗੀ ਹੋਈ ਹੈ, ਮੈਲ ਲੱਗੀ ਹੋਈ ਹੈ। ਮੈਲ ਦਾ ਮਤਲਬ ਕੀ ਨਿਕਲਿਆ? ਕਿ ਮੈਂ ਕਰਤੂਤਾਂ ਠੀਕ ਨਹੀਂ ਕਰਦਾ। ਮੈਲ ਦਾ ਮਤਲਬ ਹੁੰਦਾ ਹੈ ਹਨੇਰਾ। ਮੈਲ ਦਾ ਮਤਲਬ ਹੁੰਦਾ ਹੈ ਅਗਿਆਨਤਾ। ਮੈਲ ਦਾ ਮਤਲਬ ਹੁੰਦਾ ਹੈ ਕੂੜ। ਮੈਲ ਦਾ ਮਤਲਬ ਹੁੰਦਾ ਹੈ ਧੁੰਦ। ਮੈਲ ਦਾ ਮਤਲਬ ਹੁੰਦਾ ਜੋ ਬਾਦਰ ਕੀ ਛਾਈ, ਜਿਵੇਂ ਬੱਦਲ। ਸੋ ਮੈਲ ਦਾ ਮਤਲਬ ਇਹ ਨਹੀਂ ਹੈ ਜਿਹੜੀ ਸਾਡੇ ਇਹਦੇ ਤੇ ਲੱਗ ਜਾਂਦੀ ਹੈ।
ਇਹ ਤੇ ਮੈਲ ਪਾਣੀ ਨਾਲ ਉतर ਜਾਂਦੀ ਹੈ, पर यह हाथ पैर तंदे पानी धोता उतरस के। मूत पलीती कपड़ो जे कपड़ा गंदा हो जाए दे साबुन लईए तो वो साबुन नाल धुलदी है, पर जे मत मैली हो जाए, पर यह मत पापा के संग वो धोपै नावै के रंग। मेरी जिहड़ी मत खराब हो गई है, मत मैली हो गई है, उन्होंने धुंध कहते हैं, उन्होंने मैल कहते हैं। और जे मत साफ कर दी जाए ਉਹਨੂੰ ਕਹਿੰਦੇ ਨੇ ਮਿਟਿਆ ਅੰਧੇਰਾ ਚੰਨ ਚੜਿਆ। ਜਦੋਂ ਚੰਨ ਚੜਿਆ ਅੰਦਰ ਕਿਸੇ ਦੇ ਹੁੰਦਾ ਹੈ, ਉਹ ਦੂਜਿਆਂ ਨੂੰ ਦੇਖ ਕੇ ਖਿੜਦਾ ਹੈ। ਸਾਡੇ ਘਰ ਕੋਈ ਆ ਜਾਏ, ਅਸੀਂ ਕਹਿੰਦੇ ਆ ਤੁਸੀਂ ਆਏ ਸਾਡੇ ਵਿਹੜੇ 'ਚ ਚੰਨ ਚੜ ਗਿਆ, ਇੰਝ ਹੀ ਕਹਿੰਦੇ ਆ ਨਾ ਸਾਰੇ? ਇੰਝ ਦੱਸੋ ਮੈਨੂੰ, ਅਸੀਂ ਕਹਿੰਦੇ ਆ ਨਾ? ਉਸ ਵੇਲੇ ਵੈਸੇ ਭਾਵੇਂ ਦੁਪਹਿਰ ਦਾ ਧੁੱਪ ਚੜੀ ਹੋਵੇ, ਅਸੀਂ ਕਹਿੰਦੇ ਆ ਤੁਸੀਂ ਆਏ ਸਾਡੇ ਘਰ ਵਿਹੜੇ 'ਚ ਚੰਨ ਚੜ ਗਿਆ। ਚੜਿਆ ਤੇ ਸੂਰਜ ਹੈ। ਮਨ ਦੀ ਮੈਲ ਦੂਰ ਕਰਨਾ, ਮਿਟਿਆ ਅੰਧੇਰਾ ਚੰਨ ਚੜਿਆ। ਮਿਟੀ ਧੁੰਦ ਜਗ ਚਾਨਣ ਹੋਆ। ਜਗ ਦਾ ਮਤਲਬ ਹੈ ਮੇਰਾ ਸੋਚਣੀ ਦਾ ਢੰਗ। ਮੇਰੇ ਮਨ ਦੀ ਧਰਤੀ ਉੱਤੇ ਚਾਨਣ ਹੋ ਗਿਆ। ਜਿਸ ਇਨਸਾਨ ਦੀ ਮਨ ਦੀ ਧਰਤੀ ਤੇ ਚਾਨਣ ਹੋ ਜਾਂਦਾ ਹੈ, ਉਹ ਬੰਦਾ ਖਿੜ ਜਾਂਦਾ ਹੈ। ਉਹ ਵੇਖ ਕੇ ਜੱਟ ਦਾ, ਪਾਪੇ ਦਾ, ਰਾਮਗੜੀਏ ਦਾ, ਰਵਦਾਸੀਏ ਦਾ ਇਹ ਵਿਤਕਰਾ ਨਹੀਂ ਕਰਦਾ। ਉਹਨੂੰ ਹਿੰਦੂ, ਮੁਸਲਮਾਨ, ਸਿੱਖ, ਈਸਾਈ ਦਾ ਵਿਤਕਰਾ ਨਹੀਂ ਆਉਂਦਾ। ਉਹਨੂੰ ਦੇਖਣਾ ਆ ਜਾਂਦਾ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਬਬ ਦੇ। ਉਹਦੇ ਵਾਸਤੇ ਕੋਈ ਭੈੜਾ ਨਹੀਂ ਰਹਿੰਦਾ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਡੇ ਚੰਨ ਨਹੀਂ ਚੜਿਆ, ਇਸ ਕਰਕੇ ਸਾਡੇ ਜਟਾਂ ਦੇ, ਪਾਪਿਆਂ ਦੇ, ਰਾਮਗੜੀਆਂ ਦੇ, ਲੁਬਾਣਿਆਂ ਦੇ ਸਭ ਦੇ ਗੁਰਦੁਆਰੇ ਵੱਖਰੇ ਵੱਖਰੇ ਬਣ ਗਏ। ਸਾਰੀ ਦੁਨੀਆ ਨੂੰ ਅਸੀਂ ਕਹਿ ਰਹੇ ਹਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਮਿਟਿਆ ਅੰਧੇਰਾ ਚੰਨ ਚੜਿਆ। ਪਰ ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਅੰਦਰ ਹਿਰਦੇ ਵਿੱਚ ਚਾਨਣ ਕਰੋ। ਸੋ ਅੰਦਰ ਚਾਨਣ ਦਾ ਮਤਲਬ ਸਮਝ ਆਈ, ਖੇੜਾ ਆਇਆ, ਆਨੰਦ ਆਇਆ। ਆਨੰਦ ਕਦੋਂ ਆਉਂਦਾ ਹੈ? ਜਦੋਂ ਮੈਂ ਚੰਗੇ ਗੁਣਾਂ ਨਾਲ ਜੀਂਦਾ ਹਾਂ। ਮੈਂ ਇੱਕ ਨੂੰਹ ਨੂੰ ਆਪਣੀ ਸੱਸ ਦੇ ਨਾਲ ਲੜਦਿਆਂ ਸੁਣਿਆ। ਮੇਰੇ ਸਾਹਮਣੇ ਉਹ ਆਪਣੀ ਸੱਸ ਨੂੰ ਕਹਿ ਰਹੀ ਸੀ, ਮਾਤਾ ਜੀ ਕੀ ਤੁਸੀਂ ਕੁੱਤਿਆਂ ਵਾਂਗੂ ਭੌਂਕ ਰਹੇ ਹੋ? ਮਾਤਾ ਜੀ ਤੇ ਮਾਤਾ ਜੀ ਨੇ, ਉਹ ਤੇ ਕੁੱਤਿਆਂ ਵਾਂਗੂ ਨਹੀਂ ਭੌਂਕ ਰਹੇ। ਪਰ ਹੋ ਸਕਦਾ ਹੈ ਉਹ ਭੈੜੇ ਬੋਲ ਰਹੇ ਹੋਣਗੇ, ਉਹਦੇ ਪੇਕਿਆਂ ਨੂੰ ਗਾਲਾਂ ਕੱਢ ਰਹੇ ਹੋਣਗੇ, ਤਾਂ ਉਹਨੂੰ ਕਹਿਣਾ ਪਿਆ ਮਾਤਾ ਜੀ ਤੁਸੀਂ ਕੁੱਤਿਆਂ ਵਾਂਗੂ ਕਿਉਂ ਭੌਂਕ ਰਹੇ ਹੋ? ਇਹਦਾ ਮਤਲਬ ਜਦੋਂ ਸਮਝ ਨਹੀਂ ਆਈ ਹੈ, ਸੋਝੀ ਨਹੀਂ ਆਈ ਹੈ, ਮੈਂ ਕੁੱਤਿਆਂ ਵਾਂਗੂ ਭੌਂਕਦਾ ਹਾਂ, ਮੈਂ ਉਸ ਵੇਲੇ ਦੇਖਣ ਵਿੱਚ ਮਨੁੱਖ ਲੱਗਦਾ ਹਾਂ, ਪਰ ਮੈਂ ਕੁੱਤੇ ਦੀ ਜੂਨ ਵਿੱਚ ਪੈ ਗਿਆ ਹਾਂ। ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ, ਮੈਂ ਉਸੇ ਨਰਕ ਵਿੱਚ ਪੈ ਗਿਆ ਹਾਂ। ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜਿਉ। ਮੈਂ ਰੋਜ਼ ਐਸੇ ਕਿਤਨੇ ਗਰਭ ਵਿੱਚ ਪੈਂਦਾ ਹਾਂ ਨਿਤ। ਜੋ ਆਪਣਾ ਨਰਕ ਸਵਾਰਨਾ ਚਾਹੁੰਦਾ ਹੈ, ਉਹ ਕਹਿੰਦਾ ਕਾਰਜ ਸਗਲ ਅਰੰਭਿਓ ਘਰ ਕਾ। ਮੈਂ ਆਪਣੇ ਇਸ ਹਿਰਦੇ ਘਰ ਦਾ ਕਾਰਜ ਸੰਵਾਰਨਾ ਹੈ। ਉਹ ਬਾਹਰ ਦੂਜਿਆਂ ਤੇ ਭੌਂਕਣਾ ਛੱਡ ਦਿੰਦਾ ਹੈ। ਉਸ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ ਆਨੰਦ। ਹੁਣ ਬਾਣੀ ਚੋਂ ਸਿੱਖੀਏ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰ ਤੇ ਜਾਣਿਆ। ਹਰ ਕੋਈ ਕਹਿੰਦਾ ਆਨੰਦ ਆਨੰਦ, ਪਰ ਆਨੰਦ ਗੁਰੂ ਕੋਲੋਂ ਪੁੱਛਾਂਗੇ। ਕਈਆਂ ਦਾ ਆਨੰਦ ਤੇ ਸ਼ਰਾਬ ਪੀਣ 'ਚ ਵੀ ਹੁੰਦਾ ਹੈ, ਕਈਆਂ ਦਾ ਆਨੰਦ ਡਾਂਸ ਕਰਨ ਵਿੱਚ ਵੀ ਹੁੰਦਾ ਹੈ, ਕਈਆਂ ਦਾ ਆਨੰਦ ਹਮੇਸ਼ਾ ਦੂਜਿਆਂ ਨੂੰ ਬੇਇੱਜ਼ਤੀ ਕਰਨ 'ਚ ਹੁੰਦਾ ਹੈ, ਕਈ ਦਾ ਆਨੰਦ ਦੂਜਿਆਂ ਦੀ ਪੱਤ ਲਾਹੁਣ ਵਿੱਚ ਹੁੰਦਾ ਹੈ। ਆਪਣੇ ਆਪਣੇ ਆਨੰਦ ਨੇ। ਸਹੀ ਮਾਇਨੇ 'ਚ ਆਨੰਦ
आनंद आनंद सब को कहे, आनंद गुर ते जानिया, जानिया आनंद सदा गुर ते, कृपा करे प्यारिया। ਜਦੋਂ ਅਸੀਂ ਸਤਿਗੁਰ ਦੀ ਮੱਤ ਲੈਂਦੇ ਹਾਂ ਨਾ, ਜਦੋਂ ਲੈਂਦੇ ਹਾਂ, ਇਹ ਗੱਲ ਕੋਟ ਕੇ ਬੜੀ ਬਰੀਕੀ ਦੇ ਨਾਲ, ਬੜੇ ਆਰਾਮ ਦੇ ਨਾਲ, ਬੜੇ ਸਾਦਾ ਮਨੁੱਖ ਦੀ ਬੋਲੀ ਵਿੱਚ, ਜਦੋਂ ਅਸੀਂ ਸਤਿਗੁਰ ਦੀ ਗੱਲ ਨੂੰ ਸੁਣਦੇ ਅਤੇ ਮੰਨਦੇ ਅਤੇ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਉਂਦੇ ਹਾਂ, ਇਹਨੂੰ ਕਿਰਪਾ ਕਹਿੰਦੇ ਨੇ। ਇੰਜ ਨਹੀਂ ਹੈ ਉਹ ਕਿਰਪਾ ਕਰੇਗਾ ਤਾਂ ਮੈਂ ਬਦਲਾਂਗਾ, ਇਹ ਭੁਲੇਖਾ ਕੱਢ ਲੈਣਾ। ਸਤਿਗੁਰ ਦੀ ਕਿਰਪਾ ਰੂਪੀ ਬਾਰਿਸ਼ ਗੁਰਪ੍ਰਸਾਦ ਹਰ ਵੇਲੇ ਵਸ ਰਹੀ ਹੈ। ਮੈਂ ਜਦੋਂ ਆਪਣਾ ਭਾਂਡਾ ਸਿੱਧਾ ਕਰਨਾ ਹੈ, ਬਾਰਿਸ਼ ਹੋ ਹੀ ਰਹੀ ਹੈ ਔਰ ਮੇਰੇ ਭਾਂਡੇ 'ਚ ਪੈ ਜਾਏਗੀ। ਮੂੰਹ ਦੇ ਭਾਂਡੇ 'ਚ ਬਾਰਿਸ਼ ਨਹੀਂ ਪੈਂਦੀ। ਸੋ ਅਸੀਂ ਸਿੱਖਣਾ ਹੈ, ਇਹ ਬਿਲਕੁਲ ਭੁਲੇਖਾ ਲਾ ਦੇਣਾ, ਕਿਰਪਾ ਕਰੇਗਾ ਤਾਂ। ਅਸੀਂ ਸਿੱਖਣਾ ਹੈ ਕਿਰਪਾ ਤੇ ਹੋ ਰਹੀ ਹੈ, ਮੈਂ ਲੈਣਾ ਚਾਹਾਂਗਾ ਤਾਂ, ਮੈਂ ਸੁਧਰਨਾ ਚਾਹਾਂਗਾ ਤਾਂ। ਹੁਣ ਅੱਜ ਜਿਹੜਾ ਪੁਆਇੰਟ ਆਇਆ ਉਹ ਆਇਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਜਦੋਂ ਮੇਰਾ ਮਨ ਸਤਿਗੁਰ ਦੀ ਕਿਰਪਾ ਨੂੰ ਲੈਂਦਾ ਹੈ, ਭਾਵ ਜਦੋਂ ਸੁਮੱਤ ਲੈਂਦਾ ਹੈ, ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ। ਸਤਿਗੁਰ ਨੇ ਮੈਨੂੰ ਮੇਰੀਆਂ ਅੱਖਾਂ ਵਿੱਚ ਸੁਮੱਤ ਦਾ ਸੁਰਮਾ ਪਾਇਆ, ਗਿਆਨ ਦਾ ਅੰਜਨ ਪਾਇਆ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ। ਮੋਹ ਕਿਹਦੇ ਨਾਲ ਟੁੱਟਾ? ਮਾਂ ਪਿਓ ਭੈਣ ਭਰਾ ਧੀਆਂ ਪੁੱਤਰਾਂ ਦੇ ਨਾਲ ਦੀ ਨਹੀਂ ਗੱਲ ਚੱਲ ਰਹੀ। ਅੰਦਰੋਂ ਜਿਨਕਾ ਮੋਹ ਟੁੱਟਾ, ਜਿਨ੍ਹਾਂ ਦਾ ਮੋਹ ਭੈੜੇ ਖਿਆਲਾਂ ਵਾਲੀ ਬੋਲੀ ਦੇ ਨਾਲ, ਕੁੱਤੇ ਵਾਂਗੂ ਭੌਂਕਣ ਦੀ ਬੋਲੀ ਦੇ ਨਾਲ ਮੋਹ ਟੁੱਟ ਗਿਆ। ਯਾਰ ਮੈਂ ਬਹੁਤ ਇਸ ਤਰ੍ਹਾਂ ਬੋਲ ਬੋਲ ਕੇ ਦੇਖ ਲਿਆ, ਬਹੁਤ ਭੌਂਕ ਭੌਂਕ ਕੇ ਦੇਖ ਲਿਆ, ਆਖਿਰ ਕਦੋਂ ਤੱਕ ਭੌਂਕਦਾ ਰਹਾਂਗਾ? ਆਖਿਰ ਕਦੋਂ ਤੱਕ ਮੈਂ ਆਪਣੇ ਕਹਿਣੇ ਮਨਵਾਉਂਦਾ ਰਹਾਂਗਾ? ਇਸ ਗੱਲ ਤੋਂ ਮੋਹ ਟੁੱਟ ਗਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ। ਸ਼ਬਦ ਦਾ ਮਤਲਬ ਹੁੰਦਾ ਬੋਲਣ ਦੀ ਢੰਗ, ਜ਼ਬਾਨ, ਬੋਲੀ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਸਤਿਗੁਰ ਜੀ ਸਵਾਰ ਦਿੰਦੇ ਨੇ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਹਿੰਦੇ ਨੇ ਇਹ ਸਹੀ ਮਾਇਨੇ 'ਚ ਆਨੰਦ ਹੈ ਕਿ ਤੂੰ ਭੈੜੇ ਬੋਲ ਛੱਡ ਦੇ। ਭੈੜੇ ਬੋਲ ਨੂੰ ਕੁੱਤੇ ਵਾਂਗੂ ਭੌਂਕਣਾ ਕਹਿੰਦੇ ਨੇ। ਜੋ ਕੁੱਤੇ ਵਾਂਗੂ ਭੌਂਕਦਾ ਹੈ ਉਹ ਆਨੰਦ ਵਿੱਚ ਨਹੀਂ ਹੈ। ਪਹਿਲਾਂ ਆਪਣੇ ਅੰਦਰ ਕਲਪਦਾ ਹੈ। ਜਿਸ ਮਨੁੱਖ ਨੇ ਸਾਡੇ ਨਾਲ ਭੈੜ ਕੀਤਾ ਹੋਵੇ, ਜਾਂ ਜੋ ਮਨੁੱਖ ਸਾਨੂੰ ਚੰਗਾ ਨਾ ਲੱਗਦਾ ਹੋਵੇ। ਆਮ ਤੌਰ 'ਤੇ ਪਤੀ ਕਹਿੰਦਾ ਮੈਨੂੰ ਮੇਰਾ ਸਾਲਾ ਪਸੰਦ ਨਹੀਂ ਹੈ, ਉਹ ਸਾਲਾ ਘਰ ਵੀ ਨਹੀਂ ਹੈ, ਪਤਨੀ ਨੂੰ ਗੁੱਸਾ ਕਰਕੇ ਰਿਹਾ, ਇਸ ਘਰ ਵਿੱਚ ਸਾਲਾ ਨਹੀਂ ਆ ਸਕਦਾ, ਤੇਰੇ ਮਾਂ ਪਿਓ ਨਹੀਂ ਆ ਸਕਦੇ। ਉਹ ਗੱਲ ਗੱਲ ਤੇ ਸਾਲਾ ਹਾਜ਼ਰ ਵੀ ਨਹੀਂ ਹੈ, ਬਹੁਤ ਬੁਰਾ ਭਲਾ ਬੋਲ ਬੋਲਦਾ ਹੈ, ਅੰਦਰੋਂ ਕਲਪ ਰਿਹਾ। ਜਾਂ ਕੋਈ ਪਤਨੀ ਕਵੇ ਤੁਹਾਡੀ ਭੈਣ ਜਿਹੜੀ ਮੇਰੀ ਨਨਾਣ ਹੈ ਉਹ ਇਸ ਘਰ ਵਿੱਚ ਨਹੀਂ ਆ ਸਕਦੀ, ਜੋ ਆਏਗੀ ਮੈਂ ਪੇਕੇ ਚਲੀ ਜਾਊਂਗੀ। ਇਸ ਕਿਸਮ ਦੇ ਭੈੜੇ ਬੋਲ ਬੋਲਦੀ ਆ ਉਹ। ਮਨ ਦੇ ਬੋਲਾਂ ਦੇ ਨਾਲ ਮੋਹ ਪਕੜ ਤੇ ਅੰਦਰੋਂ ਕਲਪਦੇ ਆ। ਜਦੋਂ ਅੰਦਰੋਂ ਕਲਪਦੇ ਆ, ਅੱਜ ਸਿੱਖ ਰਹੇ ਹਾਂ ਕਿ ਮੈਂ ਕੁੱਤੇ ਦੀ ਜੂਨ ਵਿੱਚ ਉਸੇ ਵੇਲੇ ਪੈ ਜਾਂਦਾ ਹਾਂ। ਹੁਣ ਮੈਂ ਕਲਪਨਾ ਛੱਡਣਾ ਚਾਹੁੰਦਾ, ਮੈਂ ਆਨੰਦ ਚਾਹੁੰਦਾ ਹਾਂ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਸਤਿਗੁਰ ਸਮਝ ਦਿੰਦਾ ਹੈ, ਇੰਝ ਕੁੱਤੇ ਵਾਂਗੂ ਨਾ ਭੌਂਕਿਆ ਕਰ। ਦੂਜਿਆਂ ਨੂੰ ਆਪਣੇ ਦਬਦਬੇ ਹੇਠ ਉੱਚਾ ਬੋਲ ਬੋਲ ਕੇ, ਇੱਕ ਦੀਆਂ ਚਾਰ ਸੁਣਾ ਸੁਣਾ ਕੇ, ਆਪਣੇ ਮੱਥੇ ਪੀੜ ਕਰਕੇ, ਅੱਖਾਂ ਚੜਾ ਕੇ ਗੁੱਸੇ ਨਾਲ ਕਿਉਂ ਬੋਲਦਾ ਹੈ? ਅਸੀਂ ਉਸੇ ਵੇਲੇ ਉਸ ਜੂਨ ਵਿੱਚ ਪੈ ਜਾਂਦੇ ਹਾਂ।
इस तरह ही गुरबाणी चों सानू मिलता है, नानक से नर असल खर, खर होंदा है खोता। देखण इज मनुख, मनुख नूं कह रहे ने नर, नानक से नर असल खर, ਉਹ ਬੰਦੇ ਸਹੀ ਮੈਨੇ ਚ ਪੱਕੇ ਖੋਤੇ ਹਨ, ਜੋ ਬਿਨ ਗੁਣ ਗਰਬ ਕਰੰਤ, ਜਿਨ੍ਹਾਂ ਕੋਲ ਗੁਣ ਕੋਈ ਨਾ ਹੋਵੇ ਫਿਰ ਵੀ ਆਪਣਾ ਹੰਕਾਰ ਘਮੰਡ ਕਰਨ। ਅਸੀਂ ਸੈਮੀਨਾਰ ਕਰ ਰਹੇ ਹਾਂ, ਕੋਈ ਧਾਰਮਿਕ ਪ੍ਰੋਗਰਾਮ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਵਾਰਨ ਵਾਸਤੇ ਕੁਝ ਸਿੱਖਣ ਦਾ ਆਪਸ ਵਿੱਚ ਸਾਂਝ ਕਰ ਰਹੇ ਹਾਂ। ਔਰ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਸਿਖਾਉਣ ਆਇਆ, ਇੰਜ ਨਹੀਂ ਹੈ। ਮੈਂ ਵੀ ਬਿਲਕੁਲ ਤੁਹਾਡੇ ਵਾਂਗੂ ਹਾਂ, ਤੁਹਾਡੇ ਅਵਗੁਣ ਮੈਨੂੰ ਨਹੀਂ ਪਤਾ, ਮੇਰੇ ਅਵਗੁਣ ਤੁਹਾਨੂੰ ਨਹੀਂ ਪਤਾ। ਇਸ ਕਰਕੇ ਮੈਨੂੰ ਆਪਣੇ ਤੋਂ ਵਧੀਆ ਨਾ ਸਮਝਣਾ, ਲੇਕਿਨ ਮੈਂ ਬੇਨਤੀ ਕਰ ਰਿਹਾ ਕਿ ਆਪਣੀ ਇਕਾਗਰਤਾ ਬਣਾ ਕੇ ਰੱਖਣਾ ਔਰ ਨਾਲ ਨਾਲ ਇਹ ਸਿੱਖਣਾ ਕਿ ਇਹ ਅਵਗੁਣ ਮੇਰੇ ਵਿੱਚ ਹੈ, ਇਹ ਬੜੀ ਅੱਛੀ ਅਵਸਥਾ ਹੈ। ਅਸੀਂ ਆਪਣੇ ਅਵਗੁਣਾਂ ਬਾਰੇ ਅੱਜ ਸਿੱਖ ਰਹੇ ਹਾਂ। ਜੇ ਮੈਨੂੰ ਕੋਈ ਕਹਿ ਦੇਵੇ ਤੇਰੇ 'ਚ ਅਵਗੁਣ ਹਨ, ਕੋਈ ਗੱਲ ਨਹੀਂ, ਰੱਬ ਜੀ ਤੇਰਾ ਲੇਖਾ ਤਿਆਰ ਕਰ ਰਹੇ ਨੇ, ਜਦੋਂ 60 70 90 100 ਸਾਲ ਦਾ ਮਰੇਗਾ ਨਾ, ਉਸ ਤੋਂ ਬਾਅਦ ਉੱਪਰ ਜਾ ਕੇ ਲੇਖਾ ਹੋਏਗਾ, ਫਿਰ ਤੇ ਮੈਂ ਨਹੀਂ ਨਾ ਸੁਧਰਾਂਗਾ, ਫਿਰ ਤੇ ਮੈਂ ਇੱਥੇ ਆਪਣੀ ਕਰਤੂਤ ਕਰਦਾ ਹੀ ਰਹਾਂਗਾ। ਦੂਜੀ ਗੱਲ, ਮਰਨ ਤੋਂ ਬਾਅਦ ਕੀ ਹੋਏਗਾ ਮੈਨੂੰ ਪਤਾ ਨਹੀਂ ਹੈ, ਮੈਂ ਦੱਸ ਨਹੀਂ ਸਕਦਾ, ਪਰ ਜਿਸ ਦਿਨ ਮੈਂ ਮਰ ਜਾਵਾਂਗਾ ਮੁੜ ਕੇ ਆ ਨਹੀਂ ਪਾਵਾਂਗਾ, ਇਸ ਕਰਕੇ ਤਾਂ ਵੀ ਨਹੀਂ ਦੱਸ ਪਾਵਾਂਗਾ। ਪਰ ਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਇਹ ਸਮਝ ਆ ਰਿਹਾ ਹੈ, ਜੇ ਮੈਂ ਘਮੰਡ ਕਰਦਾ ਬਿਨ ਗੁਣ ਗਰਭ ਕਰਨ ਤਾਂ ਮੈਂ ਅੱਜ ਖੋਤਾ ਹਾਂ। ਜੇ ਮੈਂ ਕਿਸੇ ਨੂੰ ਰਾਜ ਅਭਿਮਾਨ ਹੇਠਾਂ ਰੱਖਦਾ ਮੈਂ ਅੱਜ ਕੁੱਤਾ ਹਾਂ। ਮਨ ਨੂੰ ਬੇਗਾਨਾ ਕਹਿੰਦੇ ਨੇ। ਕਦੋਂ? ਜਦੋਂ ਮਨ ਰੱਬ ਜੀ ਨੂੰ ਬੇਗਾਨਾ ਸਮਝਦਾ ਹੈ। ਜਦੋਂ ਮਨ ਰੱਬ ਜੀ ਨੂੰ ਬੇਗਾਨਾ ਸਮਝਦਾ ਹੈ, ਆਪਣਾ ਨਹੀਂ ਸਮਝਦਾ, ਤਾਂ ਮਨ ਕਹਿੰਦਾ ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਰੱਬ ਜੀ ਨੂੰ ਬੇਗਾਨਾ ਕਰ ਦਿੰਦਾ ਹੈ। ਪਰ ਮੇਰੇ ਸਰੀਰ ਦੇ ਸੁੱਖ ਵਾਸਤੇ ਮੇਰਾ ਮਨ ਬੇਗਾਨਾ ਹੋ ਗਿਆ ਔਰ ਇਹ ਮੈਨੂੰ ਚੈਨ ਨਹੀਂ ਲੈਣ ਦੇਗਾ, ਮੈਨੂੰ ਦਿਨ ਰਾਤ ਦੁਖੀ ਕਰੇਗਾ। ਔਰ ਜਦੋਂ ਮੈਨੂੰ ਦਿਨ ਰਾਤ ਦੁਖੀ ਅਪਸੈਟ ਰੱਖੇਗਾ, ਉਸ ਅਵਸਥਾ 'ਚ ਮੇਰੇ ਮਨ ਨੂੰ ਪੁੱਛਣਾ ਪਏਗਾ, ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ। ਓਏ ਮੇਰੇ ਮਨ, ਤੂੰ ਮੈਨੂੰ ਦਿਨ ਰਾਤ ਖੁਆਰ ਕਰਦਾ ਰਹਿੰਦਾ ਹੈ, ਕਿਉਂ ਮੈਨੂੰ ਦੁਖੀ ਕਰਦਾ? ਉਸ ਵੇਲੇ ਇਹਨੂੰ ਪੁੱਛਣਾ ਪਏਗਾ ਨਾ। ਸੋ ਜੋ ਇਸ ਦੇਖਣ ਵਾਲੇ ਸਰੀਰ ਵਿੱਚ ਦੂਜੀਆਂ ਜੂਨਾਂ ਵਾਲੇ ਕੰਮ ਕਰਦਾ ਹੈ, ਉਹਨੂੰ ਵਿਸ਼ਟਾ ਕਾ ਕੀੜਾ ਕਹਿੰਦੇ ਨੇ। ਨੀਵੇਂ ਤੋਂ ਨੀਵੇਂ ਮੰਦੀ ਸੋਚ ਵਾਲੀ ਗਿਰਾਵਟ ਵਾਲਾ ਜੀਵਨ, ਉਹਨੂੰ ਕੀਟਾਂ ਅੰਦਰ ਕੀਟ ਵਾਲਾ ਜੀਵਨ ਕਹਿੰਦੇ ਨੇ। ਪਰ ਜੇ ਮੈਂ ਮੰਨਾਂ ਕਿ ਮੈਂ ਕੀਟਾਂ ਅੰਦਰ ਕੀਟ ਵਾਲਾ ਜੀਵਨ ਜੀ ਰਿਹਾ ਹਾਂ, ਵਿਸ਼ਟਾ ਕੇ ਕੀੜੇ ਵਾਲਾ ਜੀਵਨ ਜੇ ਮੈਂ ਜੀ ਰਿਹਾ ਹਾਂ, ਜੇ ਮੈਂ ਇਹ ਮੰਨ ਲਵਾਂ ਮੈਂ ਇੱਕ ਵਿਸ਼ਟਾ ਕੇ ਕੀੜੇ ਵਾਲਾ ਜੀਵਨ ਜੀ ਤੇ ਰਿਹਾ ਹਾਂ, ਪਰ ਇਸ ਤੋਂ ਛੁੱਟਣਾ ਚਾਹੁੰਦਾ ਹਾਂ, ਤਾਂ ਪਾਠ ਸ਼ੁਰੂ ਹੋਏਗਾ। ਰਾਗ ਗੁਜਰੀ ਮਹਿਲਾ ਚੌਥਾ। ਹਰ ਕੇ ਜਨ ਸਤਿਗੁਰ ਸਤਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ। ਮੈਂ ਤੇ ਦੇਖਣ ਵਿੱਚ ਮਨੁੱਖ ਲੱਗ ਰਿਹਾ ਸੀ, ਗੁਰੂ ਪਾਤਸ਼ਾਹ ਕਹਿ ਰਹੇ ਨੇ ਹਮ ਕੀਰੇ ਕਿਰਮ, ਸਤਿਗੁਰ ਸ਼ਰਣਾਈ, ਕਰਦਿਆ ਨਾਮ ਪ੍ਰਗਾਸ। ਮੈਂ ਕੀੜੇ ਕਿਰਮ ਵਾਲਾ, ਕੀੜਿਆਂ ਵਾਲਾ ਜੀਵਨ ਜੀਂਦਾ ਹਾਂ, ਮੈਨੂੰ ਸੁਮਤ ਬਖਸ਼ੋ। ਜੇ ਮੰਨਾਂਗੇ ਕਿ ਮੈਂ ਕੀੜਿਆਂ ਵਾਲਾ ਜੀਵਨ ਜੀ ਰਿਹਾ ਹਾਂ,
ਤਾਂ ਨਮਰਤਾ ਨਾਲ ਸਤਿਗੁਰ ਕੋਲੋਂ ਕੀੜਿਆਂ ਦੇ ਜੀਵਨ ਤੋਂ ਉੱਚੀ ਪਦਵੀ ਵਾਲਾ ਜੀਵਨ ਜੀਣ ਵਾਸਤੇ ਆਵਾਂਗੇ। ਜੇ ਮੈਂ ਮੰਨਾਂ ਕਿ ਮੈਂ ਤੇ ਮਨੁੱਖਾ ਜੂਨ ਹਾਂ, ਤਾਂ ਤੇ ਮੈਂ ਆਪਣੇ ਆਪ ਨੂੰ ਕੀੜਾ ਹੀ ਨਹੀਂ ਸਮਝ ਰਿਹਾ। ਮੇਰੇ ਅੰਦਰ ਨਮਰਤਾ ਹੀ ਨਹੀਂ ਹੈ। ਬਿਨ ਗੁਣ ਗਰਭ ਕਰੰਤ ਮੈਂ ਖੋਤਾ ਹਾਂ। ਔਰ ਜਦੋਂ ਮੈਂ ਸਤਿਗੁਰ ਕੋਲ ਆਵਾਂਗਾ, ਨਮਰਤਾ ਨਾਲ ਆ ਕੇ ਡਿੱਗ ਪਾਂਗਾ। जेता समुद्र सागर नीर भरिया ते अवगुण हमारे, दया करो किछ मेर उपाओ डुबदे पत्थर तारे। उस वेले मैं अपने आप नूं पत्थर मन रहा। पत्थर की की निशानी होंदी है? जिनके चित्त कठोर है से बह ना सतगुर पास। वो सतगुर कोल बहंदे नहीं ने। जो सतगुर कोल नहीं बहंदा वो कठोर होंदा है, पत्थर होंदा है। वो कई जन्म सैल गिर करिया वाली जूनी विच पिया रहिंदा है, पत्थर बनिया रहिंदा है। और पत्थर अंदरों भिजदा नहीं है। पत्थर दूजे का नुकसान करता है। पत्थर उत्ते सप भी अपना सिर मारे तो सप का भी सिर मार मार के मर जाता है, लेकिन पत्थर नहीं बदलता। साडे आस पास जितने लोग रहिंदे ने, असीं उन्हां दे नाल गलत व्यवहार पत्थरां वाला करते हाँ। कबीर साहब कहते ने, रोड़ा रो बाटका तज मन का अभिमान, ऐसा कोई दास होए ताए मिले भगवान। फिर नाल ही कहते ने, रोड़ा हुआ तो क्या भया पंथी को दुख दे। रोड़े नूं कैंसल कर देंदे ने सारे शब्द विच जाके। अखीर ते कहते ने, हर जन ऐसा चाहिए जो धरणी में खेत उकार करके, हर जन ऐसा चाहिए जैसा हर ही होए। तू पत्थर नहीं चाहिदा, देखण विच मनुख लगदा है। जदों असीं अपने आप नूं इस तरह नम्रता विच पेश करदे हां कि मैं कीड़ा किरम जंत हाँ, तां गुरु साहब की करनगे? कीड़ा थाप दे पातशाही, पातशाही दे देणगे। पातशाही सतयुगी राज दे देणगे मैनूं। पातशाही मनु संतोख दा राज दे देणगे। सो असी अज दे अपने इस शब्द राहीं समझ रहे हाँ कि मैं जूना किस तरह बदलदा हाँ। इहदे वास्ते मैं तुहाडे नाल सांझ कीती इतनी। शब्द दा रहाऊ साडा अज दा शब्द गुजरी राग विच है। भगत त्रिलोचन जी का है। गुरु ग्रंथ साहिब के 526 अंक ते है। शब्द का रहाऊ है, अरी बाई गोबिंद नाम मत बीसरै। गोबिंद अंदरों जिहड़ा सच का ज्ञान निकलता है मन की धरती तो, उहदे नाल मेरी नवीं सृष्टि बनती है। उन्होंने गोबिंद कहते हैं। वो वाला सच नहीं विसरना चाहिए। मनु बिल्कुल नहीं भुलना चाहिए कि मैं इंसान हाँ। मैं भुल जाता हाँ तां ही दूसरे जियां जनता और पशुओं वाली जूनिया वालियां करतूतां करदा हाँ। क्यों? क्योंकि मैं बेगाने मन दे आके लग गया हाँ। जिसका मन बेगाना हो जाता है, उसकी सुरत मत बेगाने दी जान दे नाल निखसमी हो जाती है। खसम मालक नहीं रहा। इस घर नूं कां चोर पै जाते ने। जदों मैं कांव कांव करदा हाँ, जदों मैं दूजियां दा अवगुण लभदा रहिंदा हाँ, तां मैं मनुख नहीं रहिंदा, मैं इल बन जाता हाँ। जिथे डिठा मृतको इल बैठी आए। इल दा काम की 1000 फुट उपर उड़ती है, पर थले लोगों का थले मुर्दार लभ लैंदी है। देखना आंदा है पर मुर्दार लभ लैंदी है। जदों मैं लोगों में चंगा गुण ना वेखां और अवगुण लभा, होर कोई गुण ना वेखां,
ਤਾਂ ਮੈਂ ਇੱਲ ਹਾਂ, ਕਾਂ ਹਾਂ। ਜੀਂਦੇ ਜੀ ਇਸੇ ਮਨੁੱਖਾ ਦੇਖਣ ਵਾਲੀ ਜੂਨ ਦੇ ਵਿੱਚ ਜਦੋਂ ਮੈਂ ਔਗਣੀ ਸੋਚ ਸੋਚਦਾ ਹਾਂ, ਬੇਗਾਨੇ ਮਨ ਦੇ ਵਸ ਪੈ ਜਾਂਦਾ ਹਾਂ, ਤਾਂ ਮੈਂ ਬੈਲ ਬਣ ਜਾਂਦਾ ਹਾਂ। ਉਹਨੂੰ ਕਹਿੰਦੇ ਨੇ ਹਰ ਬਿਨ ਬੈਲ ਬਿਰਾਨੇ ਹੋਈ ਹੈ। ਜਦੋਂ ਬੇਗਾਨਿਆਂ ਦੇ ਬੈਲ ਬਣ ਜਾਓ ਨਾ, ਤੁਸੀਂ ਸਭ ਖੇਤੀਬਾੜੀ ਕੀਤੀ ਹੋਈ ਹੈ, ਦੇਖਿਆ। ਜਦੋਂ ਕੋਈ ਬੇਗਾਨਾ ਸਾਡਾ, ਕੋਈ ਜਾਣ ਪਛਾਣ ਵਾਲਾ ਸਾਡਾ ਬੈਲ ਮੰਗ ਕੇ ਲੈ ਜਾਏ, ਸਾਡੇ ਬੈਲ ਉੱਤੇ ਵਜ਼ਨ ਜ਼ਿਆਦਾ ਲੱਦਦਾ ਹੈ, ਖਵਾਉਂਦਾ ਉਹਨੂੰ ਘੱਟ ਹੈ, ਮਾਰਦਾ ਉਹਨੂੰ ਜ਼ਿਆਦਾ ਹੈ। ਕਿਉਂ? ਆਪਣਾ ਕਿਹੜਾ ਹੈ। ਇੰਝ ਮੇਰਾ ਮਨ ਸੱਚ ਨਹੀਂ ਲੈਂਦਾ ਹੈ, ਬੇਗਾਨਾ ਹੋ ਜਾਂਦਾ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਫੂਟੇ ਨਾਕਨ ਟੂਟੇ ਕਾਂਦਨ, ਕੋਦੋਂ ਘੋਪੁਸ ਖਾਈ ਹੈ। ਭੂਸਾ ਖਵਾਉਂਦਾ ਹੈ ਉਹ, ਠੀਕ ਤਰੀਕੇ ਨਾਲ ਰੋਟੀ ਨਹੀਂ ਖਵਾਉਂਦਾ। ਅਸੀਂ ਜਦੋਂ ਮੰਦੀਆਂ ਮੰਦੀਆਂ ਗੱਲਾਂ ਕਿਸੇ ਬਾਰੇ ਕਰਦੇ ਰਹਿੰਦੇ ਹਾਂ, ਭੂਸਾ ਹੀ ਤੇ ਖਾਂਦੇ ਹਾਂ। ਕਿਸੇ ਦਾ ਵਿਆਹ ਹੋਇਆ, ਉਹਦੇ 'ਚ ਕਿਤਨੇ ਘੋੜੇ ਆਏ, ਕਿਤਨੇ ਹਾਥੀ ਆਏ, ਕਿਤਨਾ ਦਾਜ ਪਾਇਆ, ਕਿਤਨੀਆਂ ਲੜੀਆਂ ਪਾਈਆਂ। ਕੀ ਜੀ ਉਹਨਾਂ ਨੇ ਉਹਨਾਂ ਦੇ ਦਾਜ ਵਿੱਚ ਕੁੱਤੇ ਨੂੰ ਵੀ, ਉਹਦੇ ਮੁੰਡੇ ਦੇ ਘਰ ਜਿਹੜਾ ਕੁੱਤਾ ਹੈ ਉਹਨੂੰ ਵੀ ਸੋਨੇ ਦੀ ਲੜੀ ਪਾਈ। ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਨਾ, ਕੋਦੋਂ ਘੋਪੁਸ ਖਾਈ ਹੁੰਦਾ। ਐਸੀਆਂ ਗੱਲਾਂ 'ਚ ਪਏ ਰਹਿਣਾ। ਉਹ ਜੀ ਉਹ ਇੰਡੀਆ ਗਏ ਨੇ, 8 ਲੱਖ ਦਾ ਲਹਿੰਗਾ ਬਣਵਾ ਕੇ ਲਿਆਏ ਨੇ। ਇਹ ਸਭ ਭੂਸਾ ਖਾਣ ਵਾਲੀਆਂ ਗੱਲਾਂ ਹੀ ਨੇ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਬਣ ਜਾਂਦੇ ਆ। ਸ਼ਬਦ ਅੱਜ ਦਾ ਸਿਖਾ ਰਿਹਾ, ਅਰੀ ਭਾਈ ਗੋਬਿੰਦ ਨਾਮ ਮਤ ਵਿਸਰੈ। ਤੈਨੂੰ ਸੱਚ ਨਹੀਂ ਵਿਸਰਨਾ ਚਾਹੀਦਾ। ਸੱਚ ਵਿਸਰ ਜਾਏ, ਰੱਬ ਜੀ ਨੂੰ ਗੈਰ ਹਾਜ਼ਰ ਕਰ ਦਿੰਦੇ ਆ, ਅੰਦਰ ਮੌਜੂਦ ਨਹੀਂ ਸਮਝਦੇ। ਜਦੋਂ ਅੰਦਰ ਰੱਬ ਜੀ ਨੂੰ ਮੌਜੂਦ ਨਾ ਸਮਝੋ, ਉਸੇ ਵੇਲੇ ਮਰ ਜਾਂਦੇ ਆ। ਆਖਾਂ ਜੀਵਾਂ ਵਿਸਰੈ ਮਰ ਜਾਓ। ਨਾਨਕ ਜਿਤ ਵੇਲੇ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜੀਓ ਮੇਰਾ। ਮੈਂ ਉਸੇ ਵੇਲੇ ਮਰ ਜਾਂਦਾ ਹਾਂ ਜਦੋਂ ਮੈਂ ਤੁਹਾਨੂੰ ਵਿਸਾਰਦਾ ਹਾਂ। ਇਹਦੇ ਰਾਹ 'ਚ ਕਹਿ ਰਹੇ ਨੇ, ਅਰੀ ਭਾਈ ਗੋਬਿੰਦ ਨਾਮ ਮਤ ਵਿਸਰੈ। ਸੱਚ ਨੂੰ ਨਾ ਵਿਸਾਰਿਆ ਕਰ, ਰੱਬ ਨੂੰ ਨਾ ਵਿਸਾਰਿਆ ਕਰ। ਰੱਬ ਨੂੰ ਨਾ ਵਿਸਾਰਨ ਦਾ ਮਤਲਬ, ਨਾਮ ਨਾ ਵਿਸਾਰਨ ਦਾ ਮਤਲਬ ਕੀ ਹੈ? ਚੰਗੇ ਗੁਣ ਨਾ ਛੱਡਿਆ ਕਰ। ਚੰਗੇ ਗੁਣ ਛੱਡ ਦਿਓ, ਉਸੇ ਵੇਲੇ ਮਰ ਜਾਈਦਾ ਹੈ। ਇੱਕ ਜਗ੍ਹਾ ਗੁਰੂ ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। ਉसी ਵੇਲੇ ਤੂੰ ਮਰ ਗਿਆ ਜੇ ਤੂੰ ਸੱਚ ਵਿਚਾਰਦਾ ਨਹੀਂ, ਸੱਚ ਲੈਂਦਾ ਨਹੀਂ। ਉਸ ਵੇਲੇ ਮਰ ਗਿਆ। ਅਸੀਂ ਮਰਨ ਦਾ ਮਹਿਨਾ ਸਮਝਿਆ ਹੋਇਆ, ਸਰੀਰਕ ਤੌਰ ਤੇ 80, 90, 100 ਸਾਲ ਬਾਅਦ ਜਦੋਂ ਮਰੀਏ, ਉਹਦਾ ਨਾਂ ਅਸੀਂ ਅੰਤਕਾਲ ਰੱਖਿਆ ਹੋਇਆ। ਗੁਰੂ ਪਾਤਸ਼ਾਹ ਕਹਿੰਦੇ ਨੇ, ਗੱਲਾਂ ਉੱਪਰ ਤਪਾਵਸ ਨਾ ਹੋਵੇ। ਗੱਲਾਂ ਉੱਪਰ ਤਪਾਵਸ ਨਾ ਹੋਵੇ। ਵਿਸ ਖਾਦੀ ਤਤਕਾਲ ਮਰ ਜਾਏ, ਉਸ ਵੇਲੇ ਮਰ ਜਾਈਦਾ। ਜੇ ਕੋਈ ਨੂੰਹ ਕਵੇ ਮੈਨੂੰ ਬੜਾ ਕੁਛ ਬਣਾਉਣਾ ਆਉਂਦਾ ਹੈ ਮਾਤਾ ਜੀ, ਹੁਣ ਮਾਤਾ ਜੀ ਕਹਿਣ ਅੱਛਾ ਜਾ ਬੇਟਾ ਜਾ ਕੇ ਖੀਰ ਬਣਾ ਕੇ ਲਿਆ, ਔਰ ਉਹ ਖੀਰ ਦੇ ਬਦਲੇ ਉਹਦੇ ਵਿੱਚ ਬੂਰਾ ਪਾਉਣ ਦੀ ਬਜਾਏ ਲੂਣ ਮਿਰਚ ਪਾ ਲਿਆਏ, ਔਰ ਦੁੱਧ ਦੇ ਬਦਲੇ ਚੂਨਾ ਘੋਲ ਲਿਆਏ, ਤਾਂ ਮਾਤਾ ਨੂੰ ਸਮਝ ਆ ਜਾਏਗੀ ਇਹਨੂੰ ਆਉਂਦੀ ਨਹੀਂ, ਇਹ ਗੱਲਾਂ ਸਾੜ ਰਹੀ ਹੈ। ਜਦੋਂ ਅਸੀਂ ਗੱਲਾਂ ਕਰਦੇ ਹਾਂ ਔਰ ਜਦੋਂ ਅਸੀਂ ਵਿਵਹਾਰ ਕਰਦੇ ਹਾਂ,
ਦੋਵਾਂ ਵਿੱਚ ਫਰਕ ਹੁੰਦਾ ਹੈ। ਗੱਲਾਂ ਉੱਪਰ ਤਪਾਵਸ ਨਾ ਹੋਵੇ, ਗੱਲ ਕਰਨ ਨਾਲ ਨਹੀਂ ਕੁਝ ਬਣਦਾ ਹੈ। ਜਦੋਂ ਵਿਵਹਾਰ ਕੀਤਾ ਮੇਰਾ ਸਹਿਜ ਨਹੀਂ ਹੈ, ਮੇਰਾ ਸੰਤੋਖ ਨਹੀਂ ਹੈ, ਮੇਰਾ ਸਬਰ ਨਹੀਂ ਹੈ, ਮੇਰੇ 'ਚ ਟੋਲਰੈਂਸ ਨਹੀਂ ਹੈ, ਮੈਂ ਕਿਸੇ ਦੀ ਗੱਲ ਬਰਦਾਸ਼ਤ ਹੀ ਨਹੀਂ ਕਰ ਸਕਦਾ, ਕੋਈ ਮੈਨੂੰ ਮੇਰਾ ਅਵਗੁਣ ਦੱਸੇ ਮੈਨੂੰ ਬਿਲਕੁਲ ਬਰਦਾਸ਼ਤ ਨਹੀਂ ਹੈ, ਤਾਂ ਉਸੀ ਵੇਲੇ ਮਾਨੋ ਮਰ ਗਏ। ਗੱਲਾਂ ਉੱਪਰ ਤਪਾਵਸ ਨਾ ਹੋਈ, ਵਿष ਖਾਦੀ ਤਤਕਾਲ ਮਰ ਜਾਏ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ ਅਤ ਸੁੰਦਰ ਕੁਲੀਨ, ਸੋਹਣਾ ਵੀ ਬੜਾ ਹੋਏ, ਚੰਗੇ ਕੁਲ ਦਾ ਹੋਏ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਤੂੰ ਸੱਚ ਨਾਲ ਨਹੀਂ ਨਾ ਜੁੜਿਆ ਤੂੰ ਮਰਿਆ ਹੋਇਆ ਹੈ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਣ। ਤੂੰ ਜੀਂਦਾ ਜੀ ਲਾਸ਼ ਹੈ, ਕਬਰਿਸਤਾਨ ਹੈ, ਤੂੰ ਮਨੁੱਖ ਨਹੀਂ ਹੈ। ਜਦੋਂ ਅਸੀਂ ਕਿਸੇ ਦੀ ਗਲਤੀ ਵੇਖ ਕੇ ਮਾਫ ਨਹੀਂ ਕਰਦੇ ਔਰ ਚੰਬੜੇ ਰਹਿੰਦੇ ਆ ਉਹਨੂੰ ਭੂਤ ਪ੍ਰੇਤ ਅਵਸਥਾ ਕਹਿੰਦੇ ਨੇ। ਜਦੋਂ ਮੈਂ ਪੁਰਾਣੀਆਂ ਗੱਲਾਂ ਨਾ ਛੱਡਾਂ ਉਹਨੂੰ ਭੂਤਨਾ ਕਹਿੰਦੇ ਨੇ, ਔਰ ਜਦੋਂ ਮੈਂ ਸਿੱਧੇ ਰਾਹ ਤੇ ਨਾ ਟੁਰਾਂ ਉਹਨੂੰ ਬੇਤਾਲਾ ਅਵਸਥਾ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲੋਕਾਂ ਨੂੰ ਐਸੇ ਐਸੇ ਖਿਆਲ ਆਉਂਦੇ ਨੇ, ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ। ऐसे पूतने वाले ख्याल और बिताले वाले ख्याल आना। ਭਿਆ दीवाना शाहकार नानक बोराना। मैं तो सच नाल जुड़ गया पर लोगों के ख्याल पूतना वाले बेताला वाले। जय घर साधना सेविया हर की सेवा नाए ते घर मरघट सारखे भूत वसै तिन माए। ਸਾਡੇ ਘਰਾਂ ਵਿਚਕਾਰ ਜਦੋਂ ਅਸੀਂ ਇੱਕ ਦੂਜੇ ਨੂੰ ਚੰਮੜ ਕੇ ਪੈਂਦੇ ਹਾਂ, ਇੱਕ ਦੂਜੇ ਦੇ ਨਾਲ ਮੰਦਾ ਵਿਵਹਾਰ ਕਰਦੇ ਹਾਂ, ਇਹ ਭੂਤਾਂ ਪ੍ਰੇਤਾਂ ਚੁੜੇਲਾਂ ਵਾਲਾ ਸੁਭਾਅ ਹੁੰਦਾ ਹੈ। ਜਿਸ ਦੀ ਪਤਨੀ ਭੈੜੇ ਬੋਲ ਬੋਲਦੀ ਹੈ ਉਹਦੇ ਬਾਰੇ ਮੈਂ ਸੁਣਿਆ। ਉਹਨੂੰ ਕਿਸੇ ਮਿੱਤਰ ਨੇ ਪੁੱਛਿਆ, ਓਏ ਤੇਰੀ ਵੋਟੀ ਨੂੰ ਜੇ ਚੁੜੇਲ ਚੰਮੜ ਜਾਏ ਤੂੰ ਕੀ ਕਰੇਂਗਾ? ਕਹਿੰਦਾ ਮੈਂ ਕੁਛ ਨਹੀਂ ਕਰਾਂਗਾ, ਦੋਵੇਂ ਭੈਣਾਂ ਆਪੇ ਸਵਾਰ ਲੈਣਗੀਆਂ ਝਗੜਾ। ਉਹ ਚੁੜੇਲਾਂ ਵਾਲੇ ਉਹ ਵਿਵਹਾਰ ਕਰਦੀ ਹੋਣੀ। और एक पत्नी अपने पति ਨੂੰ ਡਾਕਟਰ ਕੋਲ ਲੈ ਕੇ ਗਈ। ਬਾਹਰ ਉਹਨੇ ਲੌਬੀ ਤੇ ਬਿਠਾਇਆ। ਮੈਂ ਅੰਦਰ ਜਾਂਦੀ ਹਾਂ, ਪੁੱਛ ਕੇ ਆਉਂਦੀ ਹਾਂ ਡਾਕਟਰ ਤੁਹਾਨੂੰ ਦੇਖ ਸਕਦਾ ਕਿ ਨਹੀਂ। ਜਦੋਂ ਅੰਦਰ ਗਈ ਤਾਂ ਡਾਕਟਰ ਪੁੱਛਦਾ ਇਹ ਬਿਮਾਰੀ ਤੁਹਾਨੂੰ ਕਦੋਂ ਤੋਂ ਚਮੜੀ ਹੋਈ ਹੈ? ਕਹਿੰਦੀ ਆ ਆਸਤਾ ਬੋਲੋ ਸੁਣ ਲੇਗਾ, ਪ੍ਰੀਤਾ ਵਾਂਗੂ ਚਮੜਿਆ ਹੋਇਆ ਮੈਨੂੰ। ਇਹਦਾ ਮਤਲਬ ਪਤੀ ਕੋਈ ਮਾੜਾ ਵਿਵਹਾਰ ਕਰਦਾ ਹੋਣਾ। ਜਦੋਂ ਪਤੀ ਮਾੜਾ ਵਿਵਹਾਰ ਕਰਦਾ ਹੈ ਔਰ ਸਵੇਰੇ ਵਕਤ 'ਤੇ ਕੰਮ 'ਤੇ ਜਾਂਦਾ, ਫਰਜ਼ ਕਰੋ ਸਵੇਰੇ 7 ਵਜੇ ਜਾਂਦਾ, ਜਦੋਂ 7 ਵਜੇ ਚਲਾ ਜਾਂਦਾ ਪਤਨੀ ਕਹਿੰਦੀ ਆ ਸ਼ੁਕਰ ਹੈ ਭੂਤ ਟੱਲਿਆ। ਬੱਚਿਆਂ ਨੂੰ ਕਹਿੰਦੀ ਆ ਸ਼ੁਕਰ ਹੈ ਘਰੋਂ ਬਲਾ ਟੱਲੀ। ਕਦੋਂ ਕਹਿੰਦੇ ਨੇ? ਜਦੋਂ ਅਸੀਂ ਐਸੇ ਭੂਤਨੇ ਬੇਤਾਲੇ ਵਾਲੇ ਜੀਵਨ ਜੀਂਦੇ ਹਾਂ। ਦੇਖਣ ਵਿੱਚ ਮਨੁੱਖ ਲੱਗਦੇ ਹਾਂ। ਅੱਜ ਦਾ ਸ਼ਬਦ ਹੀ ਸਿਖਾ ਰਿਹਾ, ਅਰੀ ਭਾਈ ਗੋਬਿੰਦ ਨਾਮ ਮਤ ਬੀਸਰੈ, ਚੰਗੇ ਗੁਣ ਨਾ ਵਿਸਾਰਿਆ ਕਰ। ਅੰਤ ਕਾਲ ਅਸੀਂ ਹੁਣੇ ਸਿੱਖਿਆ, ਜਿਸ ਵੇਲੇ ਮੈਂ ਸੱਚ ਨੂੰ ਛੋੜਦਾ ਹਾਂ ਉਸ ਵੇਲੇ ਮੇਰੀ ਮੌਤ ਹੋ ਜਾਂਦੀ ਹੈ। ਜਦੋਂ ਮੇਰੀ ਮੌਤ ਹੋ ਗਈ ਤਾਂ ਮੈਂ ਮਨ ਦੀ ਮਾਇਆ ਦੇ ਪਿੱਛੇ ਲੱਗਾ ਰਹਾਂਗਾ, ਮਨ ਦੇ ਖਿਆਲਾਂ ਪਿੱਛੇ ਲੱਗਾ ਰਹਾਂਗਾ। ਅੰਤ ਕਾਲ ਜੋ ਲక్ష్ਮੀ ਸਿਮਰੈ, ਮਨੂੰ ਹਮੇਸ਼ਾ ਹੀ ਖਿਆਲ ਆਉਂਦੇ ਰਹਿਣਗੇ। ਐਸੀ ਚਿੰਤਾ ਮੈਂ ਜੋ ਮਰੇ, ਚਿੰਤਾ ਦਾ ਮਤਲਬ ਹੁੰਦਾ ਉਹੀ ਸੋਚ, ਹਰ ਵੇਲੇ ਉਸੇ ਧਿਆਨ ਵਿੱਚ ਰਹਿਣਾ। ਸਰਪ ਜੋਨ ਵੱਲ ਵੱਲ ਅਵਤਰੈ, ਅਵਤਰੈ ਹੁੰਦਾ ਆਪਣੇ ਚੰਗੇ ਗੁਣ ਤੋਂ ਥੱਲੇ ਡਿੱਗ ਪੈਣਾ। ਜਦੋਂ ਮੈਂ ਕਰਤੂਤ ਪਸ਼ੂ ਕੀ ਕਰਦਾ ਹਾਂ, ਦੇਖਣ ਵਿੱਚ ਮਾਨਸ ਜਾਤ ਲੱਗਦਾ ਤਾਂ ਮੈਂ ਆਪਣੇ ਮਨੁੱਖਾ ਤਲ ਤੋਂ ਥੱਲੇ ਡਿੱਗ ਪਿਆ। ਇਹਨੂੰ ਕਹਿੰਦੇ ਨੇ ਅਵਤਰਣ ਹੋਣਾ।
ਮਨੁੱਖਾ ਤਲ ਤੋਂ ਜਾਨਵਰ ਦੇ ਵਿਸ਼ਟਾ ਕੇ ਕੀੜੇ ਦੇ ਇੱਲ ਕਾਂ ਦੇ ਤਲ ਤੇ ਡਿੱਗ ਪੈਣਾ। ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਲక్ష్ਮੀ ਦਾ ਮਤਲਬ ਹੁੰਦਾ ਮਾਇਆ, ਮਾਇਆ ਦਾ ਮਤਲਬ ਹੁੰਦਾ ਆਪਣੀ ਧਨ ਸੰਪਦਾ। ਮੈਂ ਆਪਣੇ ਮੰਦੇ ਖਿਆਲ ਇਕੱਠੇ ਕੀਤੇ ਹੋਏ ਨੇ, ਮੰਦੇ ਖਿਆਲਾਂ ਦੇ ਇਕੱਠੇ ਕੀਤੇ ਧਨ ਨੂੰ ਕਾਚਾ ਧਨ ਕਹਿੰਦੇ ਨੇ। ਇਹ ਦੁਨਿਆਵੀ ਪੈਸੇ ਨੂੰ ਕਾਚਾ ਧਨ ਨਹੀਂ ਕਹਿੰਦੇ ਨੇ। ਦੁਨਿਆਵੀ ਸੋਨੇ ਨੂੰ, ਵੋਟੀ ਨੂੰ, ਮਕਾਨ ਨੂੰ, ਪ੍ਰਾਪਰਟੀ ਨੂੰ, ਜਾਇਦਾਦ ਨੂੰ ਕਾਚਾ ਧਨ ਨਹੀਂ ਕਹਿੰਦੇ ਨੇ। ਮੇਰੇ ਮਨ ਦੇ ਮੰਦੇ ਖਿਆਲਾਂ ਦੀ ਜਿਹੜੀ ਸੰਪत्ति ਇਕੱਠੀ, ਭੈੜੇ ਭੈੜੇ ਖਿਆਲ ਇਕੱਠੇ ਕਰਕੇ ਰੱਖਣਾ। ਜਿਵੇਂ ਕਿ ਓਏ ਵੇਖਿਆ ਮੈਂ ਉਹਨੂੰ ਚੁੱਪ ਕਰਾਤਾ, ਓਏ ਵੇਖਿਆ ਮੈਂ ਉਹਨੂੰ ਐਸੀ ਗੱਲ ਲਾਈ ਕਿ ਉਹ ਸ਼ਰਮ ਨਾਲ ਧਰਤੀ 'ਚ ਵੜ ਗਿਆ। ਮੈਂ ਵੇਖਿਆ 4 ਬੰਦਿਆਂ ਦੇ ਸਾਹਮਣੇ ਉਹਦੀ ਮੈਂ ਕਿੱਦਾਂ ਪੱਤ ਲਾਈ। ਜਿਹੜਾ ਇਹ ਵਾਲਾ ਮੇਰਾ ਖਿਆਲ ਹੈ ਨਾ, ਇਸ ਤਰੀਕੇ ਦਾ, ਇਹ ਮੰਦੇ ਮੰਦੇ ਖਿਆਲ, ਮੰਦੇ ਮੰਦੇ ਖਿਆਲਾਂ ਦਾ ਸੁਭਾਅ, ਇਹਨੂੰ ਕਾਚਾ ਧਨ ਸੰਚੈ ਮੂਰਖ ਗਵਾਰ ਕਹਿੰਦੇ ਨੇ। ਗਵਾਰ ਅਸੀਂ ਹੁਣੇ ਪੜ੍ਹਿਆ ਸੁਣਿਆ ਜਾਨਵਰ ਨੂੰ ਕਹਿੰਦੇ ਨੇ, ਪਰ ਸਾਡੇ ਭਾਣੇ ਗਵਾਰ ਮਨੁੱਖ ਨੂੰ ਸਮਝ ਰਹੇ ਸੀ ਅਸੀਂ। ਗਵਾਰਾਂ ਦੀ ਭੈੜੀ ਬੋਲੀ ਹੁੰਦੀ ਹੈ। ਤਾਂ ਮੈਂ ਪਿੱਛੇ ਸੁਣਿਆ ਇੱਕ ਜਗ੍ਹਾ ਬੜੀ ਲੜਾਈ ਹੋਈ, ਲੜਾਈ 'ਚ ਦੋਨਾਂ ਦੇ ਸਿਰ ਫਟ ਗਏ, ਖੂਨ ਨਿਕਲਿਆ, ਹॉस्पिटल ਲੈ ਗਏ। ਉਹ ਤੇ ਅਖਬਾਰਾਂ ਵਾਲੇ ਔਰ ਟੀਵੀ ਵਾਲੇ ਆਏ, ਮਾਈਕ ਰੱਖ ਕੇ ਪੁੱਛਦੇ ਨੇ ਕਿਆ ਹੁਆ ਥਾ। ਡਰਾਈਵਰ ਕਹਿੰਦਾ ਹੈ ਉਹ ਜੀ ਕੁਛ ਨਹੀਂ ਹੋਇਆ ਸੀ, ਸਾਰੀ ਪੁਆੜੇ ਦੀ ਜੜ ਇਹ ਹੈ। ਉਹਨੂੰ ਪੁੱਛਿਆ ਤੂੰ ਕੀ ਕਿਹਾ ਸੀ? ਇੱਕ ਯਾਤਰੀ ਕਹਿੰਦਾ ਮੈਂ ਆ ਕੇ ਬਸ ਇੰਨਾ ਹੀ ਕਿਹਾ ਸੀ, ਉਹ ਭਾਊ ਹੋਏ ਇਹ ਖਟਾਰਾ ਕਦੋਂ ਚੱਲੂ। ਡਰਾਈਵਰ ਨੂੰ ਪੁੱਛ ਰਿਹਾ ਓਏ ਭਾਊ ਇਹ ਖਟਾਰਾ ਕਦੋਂ ਚੱਲੂ। ਤਾਂ ਡਰਾਈਵਰ ਨੂੰ ਪੁੱਛਿਆ ਤੂੰ ਫਿਰ ਕੀ ਕਿਹਾ? ਕਹਿੰਦਾ ਮੈਂ ਬਸ ਕਿਹਾ ਜਦੋਂ ਤੇਰੇ ਵਰਗੇ ਕਬਾੜੀਆਂ ਨਾਲ ਭਰ ਜਾਊ। ਬਸ ਫਿਰ ਉਸ ਤੋਂ ਬਾਅਦ ਲੜਾਈ ਸ਼ੁਰੂ ਹੋਈ। ਤੂੰ ਮੈਨੂੰ ਕਬਾੜੀ ਕਿਹਾ। ਆਪਣੇ ਮੰਦੇ ਖਿਆਲ, ਮੰਦੇ ਸੁਭਾਅ ਨੂੰ ਕਾਚਾ ਧਨ ਕਹਿੰਦੇ ਨੇ। ਕਾਚਾ ਧਨ ਵਰਤ ਕੇ ਦੇਖੋ ਨਾ ਆਪਣੇ ਬੌਸ ਦੇ ਨਾਲ, ਕੱਲ ਨੌਕਰੀ ਚੋਂ ਕੱਢ ਦੇਗਾ। ਘਰ ਮੈਂ ਆਪਣੇ ਪਿਓ ਨਾਲ ਲੜਿਆ ਸੀ, ਤੂੰ ਕੌਣ ਹੁੰਦਾ, ਜਾ ਮੈਂ ਆਪਣੀ ਕਮਾ ਲਾਂਗਾ, ਪਰ ਆਪਣੇ ਆਫਿਸ ਅੰਦਰ, ਆਪਣੀ ਫੈਕਟਰੀ ਅੰਦਰ ਆਪਣੇ ਬੌਸ ਨਾਲ ਨਹੀਂ ਮੈਂ ਵਰਤ ਪਾ ਰਿਹਾ। ਪਤਨੀ ਆਪਣੀ ਸੱਸ ਨੂੰ, ਘਰ ਕੋਈ ਵੀ ਨਹੀਂ ਹੈ ਤੇ ਮੰਦੇ ਬੋਲ ਬੋਲਦੀ ਹੈ, ਲੇਕਿਨ ਪਤੀ ਕੋਲੋਂ ਡਰਦੀ ਹੈ, ਉਸ ਵੇਲੇ ਆਪਣਾ ਕਾਚਾ ਧਨ ਨਹੀਂ ਵਰਤ ਪਾਉਂਦੀ। ਇਹ ਮੈਂ ਛੋਟੇ ਛੋਟੇ ਵੱਖਰੇ ਵੱਖਰੇ ਐਗਜ਼ਾਮਪਲ ਬਣਾਉਂਦਾ। ਕਈ ਜਗ੍ਹਾ ਪਤੀ, ਕਈ ਜਗ੍ਹਾ ਪਤਨੀ। ਕੋਈ ਵੀ ਮਨੁੱਖ ਕਾਚਾ ਧਨ ਸੰਭਾਲ ਕੇ ਰੱਖਦਾ ਹੈ, ਇਹਨੂੰ ਮੋਹ ਕਹਿੰਦੇ ਨੇ। ਇਸ ਮੋਹ ਤੋਂ ਕਿਹਾ ਮੋਹ ਛੱਡੋ। ਵੋਟੀ ਬੱਚੇ ਦੇ ਮੋਹ ਦੀ ਗੱਲ ਨਹੀਂ ਕੀਤੀ ਹੈ। ਸੋ ਕਾਚਾ ਧਨ ਨੂੰ ਇਸ ਸ਼ਬਦ ਵਿੱਚ ਕਿਹਾ ਲక్ష్ਮੀ। ਮਨ ਦੇ ਮੰਦੇ ਖਿਆਲਾਂ ਦੇ ਨਾਲ ਜਦੋਂ ਤੂੰ ਜੁੜਿਆ ਰਹਿੰਦਾ, ਇਸ ਖਿਆਲ ਵਿੱਚ ਰਹਿੰਦਾ, ਤਾਂ ਸੱਪ ਬਣ ਜਾਂਦਾ ਹੈ। ਮਨੁੱਖਤਾ ਤਲ ਤਲ ਤੋਂ ਡਿੱਗ ਕੇ ਸੱਪ ਬਣ ਜਾਂਦਾ ਹੈ। ਸਰਪ ਜੋਨ ਵੱਲ ਵੱਲ ਔਤਰੈ ਹੋ ਜਾਈਦਾ ਹੈ। ਸੱਪ ਦੋ ਮੂੰਹਾ ਸੱਪ ਹੁੰਦਾ ਹੈ। ਸੱਪ ਸਾਪ ਕੁੰਚ ਛੱਡ ਹੈ, ਬਿਖ ਨਹੀਂ ਛੱਡ ਹੈ। ਆਪਣੀ ਕੈਚਲੀ ਬਦਲ ਲੈਂਦਾ ਹੈ। ਅਸੀਂ ਵੀ ਆਪਣੇ ਕੱਪੜੇ ਬਦਲ ਲੈਂਦੇ ਹਾਂ, ਪਰਫਿਊਮ ਲਗਾ ਲੈਂਦੇ ਹਾਂ, ਇੱਕ ਦੇਸ਼ ਤੋਂ ਦੂਜੇ ਦੇਸ਼ ਚਲੇ ਜਾਂਦੇ ਹਾਂ, ਬਾਹਰਲਾ ਭੇਖ ਬਦਲ ਲੈਂਦੇ ਹਾਂ, ਔਰ ਬਗਲ ਮੇਂ ਛੁਰੀ ਮੂੰਹ ਮੇਂ ਰਾਮ ਰਾਮ ਕਰਦੇ ਰਹਿੰਦੇ ਹਾਂ। ਇਸ ਕਰਕੇ ਉਸ ਸ਼ਬਦ ਵਿੱਚ ਕਿਹਾ ਸਾਪ ਕੁੰਚ ਛੋੜ ਬਿਖ ਨਹੀਂ ਛੱਡ ਹੈ। ਉਸ ਸ਼ਬਦ ਕੀ ਕਿਹਾ ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਹੀਂ ਮਨ ਆਪਣਾ, ਅੰਦਰੋਂ ਤੂੰ ਸੱਪ ਵਰਗਾ ਜ਼ਹਿਰੀਲਾ। ਬਾਹਰੋਂ ਬਾਹਰੋਂ ਮਾਲਾ ਫੇਰਦਾ, ਤੇਰਾ ਮਨ ਮੈਲਾ ਨਾ, ਮਨ ਮੈਲੇ ਸਭ ਕੁਛ ਮੈਲਾ। ਤਨ ਧੋਤਾ ਮਨ ਅੱਛਾ ਨਾ ਹੋਏ।
ਸੱਪ ਬਣਿਆ ਹੋਇਆ ਹੈ। ਔਰ ਸੱਪ ਦੀ ਨਿਸ਼ਾਨੀ ਕੀ ਹੁੰਦੀ ਹੈ? ਤੁਸੀਂ ਦੇਖੋ ਸੱਪ ਨਾ ਕੁੰਡਲ ਮਾਰ ਕੇ ਬੈਠਦਾ ਹੈ। ਕੁੰਡਲ ਜਦੋਂ ਇਸ ਤਰ੍ਹਾਂ ਮਾਰਦਾ ਹੈ, ਗੋਲ ਗੋਲ ਹੋ ਕੇ ਬੈਠਦਾ ਹੈ, ਆਪਣਾ ਮੂੰਹ ਅੰਦਰ ਰੱਖਦਾ ਹੈ, ਸਿਰ ਬਾਹਰ ਵਾਲੇ ਸਰਕਲ 'ਚ ਉਹਦਾ ਪੂੰਛ ਹੁੰਦੀ ਹੈ। ਆਪਣਾ ਸਿਰ ਦੇ ਅੰਦਰ ਹੁੰਦਾ ਹੈ ਜ਼ਹਿਰ। ਆਪਣੀ ਗੰਦਗੀ ਬਚਾ ਕੇ ਰੱਖਣੀ, ਆਪਣੇ ਭੈੜੇ ਖਿਆਲ ਬਚਾ ਕੇ ਰੱਖਣੇ, ਸਿੱਧੇ ਪਾਸੇ ਟੁਰਨਾ ਹੀ ਨਹੀਂ। ਇੱਕ ਦਾਦਾ ਘਰ ਆਇਆ, ਕਹਿੰਦਾ ਮੈਂ ਸ਼ਰਤ ਲਾਈ ਹੈ 10,000 ਦੀ, ਖਰਗੋਸ਼ ਦੀਆਂ 3 ਟੰਗਾਂ ਹੁੰਦੀਆਂ। ਪੋਤਰਾ ਕੋਲ ਬੈਠਾ ਸੀ, ਕਹਿੰਦਾ ਦਾਦਾ ਜੀ ਇਹ ਦੇਖੋ ਮੇਰੀ ਕਿਤਾਬ 'ਚ ਤਾਂ ਖਰਗੋਸ਼ ਦੀ ਫੋਟੋ ਬਣੀ ਹੈ, ਖਰਗੋਸ਼ ਦੀਆਂ 4 ਟੰਗਾਂ ਹੁੰਦੀਆਂ, ਦਾਦਾ ਜੀ ਤੁਸੀਂ ਤੇ ਸ਼ਰਤ ਹਾਰ ਜਾਓਗੇ। ਨੂੰ ਬੋਲੀ ਬੱਚਾ ਠੀਕ ਕਹਿ ਰਿਹਾ ਸਹੁਰਾ ਸਾਹਿਬ ਜੀ ਨੂੰ, ਪਾਪਾ ਜੀ ਤੁਸੀਂ ਸ਼ਰਤ ਹਾਰ ਜਾਓਗੇ। ਦਾਦੀ ਆਈ, ਕਹਿੰਦੀ ਪੋਤਰਾ ਠੀਕ ਕਹਿ ਰਿਹਾ, ਤੁਸੀਂ ਸ਼ਰਤ ਹਾਰ ਜਾਓਗੇ, ਖਰਗੋਸ਼ ਦੀਆਂ 3 ਟੰਗਾਂ ਨਹੀਂ ਹੁੰਦੀਆਂ, 4 ਹੁੰਦੀਆਂ। ਪਤਾ ਹੀ ਕਹਿੰਦਾ ਮੈਂ ਸ਼ਰਤ ਨਹੀਂ ਹਾਰਾਂਗਾ। ਸਾਰੇ ਕਹਿੰਦੇ ਕਿਉਂ? ਕਹਿੰਦਾ ਮੰਨਾਂਗਾ ਹੀ ਨਹੀਂ। ਜੇ ਮੈਂ ਮੰਨਾਂਗਾ ਹੀ ਨਹੀਂ ਤੇ ਹਾਰਾਂਗਾ ਕਿੱਦਾਂ? ਢੀਠ, ਆਪਣੇ ਮੰਦੇ ਖਿਆਲ, ਆਪਣਾ ਭੈੜਾ ਸੁਭਾਅ, ਆਪਣੀ ਗੱਲ ਘੁਮਾ ਫਿਰਾ ਕੇ ਕਰਨ ਦੀ ਆਦਤ ਔਰ ਸਿੱਧੀ ਗੱਲ ਨਾ ਮੰਨਣਾ ਸਰਪ ਜੂ ਨਹੀਂ ਹੈ, ਕੁੰਡਲ ਮਾਰ ਕੇ ਬੈਠੇ ਰਹਿਣਾ। ਅੰਤ ਕਾਲ ਜੋ ਇਸਤਰੀ ਸਿਮਰੈ, ਜੇ ਬੰਦਿਆਂ ਦੇ ਬਾਰੇ ਸ਼ਬਦ ਹੋਵੇ ਤਾਂ ਫਿਰ ਇਸਤਰੀਆਂ ਬਾਰੇ ਰਿਹਾ ਨਹੀਂ। ਇਸਤਰੀਆਂ ਤੇ ਇਸਤਰੀਆਂ ਬਾਰੇ ਨਹੀਂ ਸਿਮਰਦੀਆਂ। ਲੇਕਿਨ ਜੇ ਸਰੀਰਕ ਤੌਰ ਤੇ ਇਸ ਤਰੀਕੇ ਨਾਲ ਹੁੰਦਾ ਤਾਂ ਇਸ ਦੀ ਅਗਲੀ ਪੰਕਤੀ ਆਉਂਦੀ ਹੈ ਬੇਸਵਾ ਜੋਨ ਵੱਲ ਉਤਰਿਆ। ਬੇਸਵਾ ਵੀ ਤੇ ਇਸਤਰੀ ਹੀ ਹੁੰਦੀ ਹੈ। ਪਰ ਸਾਧ ਸੰਗਤ ਜੀ ਸਹੀ ਮੈਨੇ ਸਾਨੂੰ ਸ਼ਬਦਾਂ ਦੇ ਪਿੱਛੇ ਜਿਹੜਾ ਭਾਵ ਅਰਥ ਹੁੰਦਾ ਹੈ ਉਹ ਸਮਝਣਾ ਜ਼ਰੂਰੀ ਹੁੰਦਾ ਹੈ। ਜਿੱਥੇ ਕਿੱਥੇ ਵੀ ਮੈਂ ਆਪਣਾ ਦੀਨ ਈਮਾਨ ਵੇਚ ਦਿੰਦਾ ਹਾਂ, ਮੇਰੀ ਉਸ ਅਵਸਥਾ ਨੂੰ ਬੇਸਵਾ ਕਹਿੰਦੇ ਨੇ, ਭਾਵੇਂ ਮੈਂ ਦੇਖਣ ਹੀ 'ਚ ਮਰਦ ਲੱਗਦਾ। ਜੋ ਇਨਸਾਨ ਆਪਣਾ ਦੀਨ ਈਮਾਨ ਵੇਚ ਦਿੰਦਾ ਹੈ, ਨਿੱਕੀ ਨਿੱਕੀ ਗੱਲ 'ਤੇ ਭ੍ਰਸ਼ਟਾਚਾਰ, ਬੇਈਮਾਨੀ, ਰਿਸ਼ਵਤ ਲੈਂਦਾ ਹੈ, ਉਹ ਬੇਸਵਾ ਹੁੰਦਾ ਹੈ। ਆਪਣੇ ਆਪ ਨੂੰ ਵੇਚ ਦਿੱਤਾ, ਉਹਨੂੰ ਸੂਰਮਾ ਬਣਨਾ ਨਹੀਂ ਆਇਆ। ਅੰਤਕਾਲ ਜੋ ਇਸਤਰੀ ਸਿਮਰੈ, ਇਸਤਰੀ ਦਾ ਮਤਲਬ ਕੀ ਹੈ? ਘਰ ਕੀ ਨਾਰ। ਘਰ ਕੀ ਨਾਰ ਦਾ ਮਤਲਬ ਕੀ ਹੈ? ਹਰ ਇਨਸਾਨ ਦੀ ਮੱਤ ਨੂੰ ਘਰ ਕੀ ਨਾਰ ਕਹਿੰਦੇ ਨੇ। ਮੱਤ ਕਹਿੰਦੇ ਨੇ, ਮਾਤਾ ਕਹਿੰਦੇ ਨੇ, ਔਰ ਗੀਹਨ ਕਹਿੰਦੇ ਨੇ। ਜੇ ਘਰ ਕੀ ਨਾਰ ਗੀਹਨ ਚੰਗੀ ਨਾ ਹੋਵੇ ਤਾਂ ਧੰਨਾ ਜੀ ਆਪਣੇ ਸ਼ਬਦ ਵਿੱਚ ਕਹਿੰਦੇ ਨੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ। ਉਹ ਆਪਣੀ ਵੋਟੀ ਦੀ, ਵਾਈਫ ਦੀ ਗੱਲ ਨਹੀਂ ਕਰ ਰਹੇ ਨੇ। ਮੱਤ ਬਈ ਮੈਨੂੰ ਘਰ ਕੀ ਗੀਹਨ, ਮੇਰੇ ਇਸ ਘਰ ਦੀ ਗੀਹਨ ਮੱਤ ਚੰਗੇ ਵਾਲੀ ਚਾਹੀਦੀ ਹੈ। अंत काल जो स्त्री सिमरै ऐसी चिंता में जो मरै बेसवा जोन वाल उतरै। ਉਹਦਾ ਦੀਨ ਈਮਾਨ ਥਾਂ ਥਾਂ ਤੇ ਉਹ ਵੇਚਦਾ ਰਹੇਗਾ, ਉਹ ਬੇਸਵਾ ਦੀ ਜੂ ਨਹੀਂ ਹੁੰਦਾ। ਅੰਤਕਾਲ ਜੋ ਲੜਕੇ ਸਿਮਰੈ, ਲੜਕੇ ਕੀ ਹੁੰਦਾ? ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ में ਜੇ ਮਰੈ ਸੂਕਰ ਜੋਨ ਵੱਲ ਉਤਰੈ। ਸੂअर ਦਾ ਕੰਮ ਕੀ ਹੁੰਦਾ? ਗੰਦਗੀ ਖਾਣਾ। ਲੜਕੇ ਕਬੀਰ ਸਾਹਿਬ ਸਮਝਾਣਗੇ, कबीर ऐसा कोई ना जन्मियो अपने घर लावे आग, पांचों लड़का जार के रह राम लाग। कबीर साहब पंजो लड़के साड़न की गल कर रहे हैं। कोहे लड़का बेचे लड़की बेचे कोई, साझा करे कबीर स्यों हार स्यों बनज करे। लड़का ते लड़कियां कौन होंदे ने? गुरबाणी अनुसार ਇਹ ਸਾਡੇ ਧੀਆਂ ਪੁੱਤਰਾਂ ਨੂੰ ਲੜਕਾ ਲੜਕੀ ਨਹੀਂ ਕਹਿੰਦੇ ਨੇ। ਗੁਰਬਾਣੀ ਅਨੁਸਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੇਰੇ ਪੁੱਤਰ ਨੇ ਅਤੇ ਆਸ਼ਾ ਤ੍ਰਿਸ਼ਨਾ ਨਿੰਦਾ ਚੁਗਲੀ ਬਖੀਲੀ ਇਹਨੂੰ ਲੜਕੀਆਂ ਕਹਿੰਦੇ ਨੇ।
ਇਹਨਾਂ ਨੂੰ ਜਦੋਂ ਤੱਕ ਅਸੀਂ ਸਾੜੀਏ ਨਾ, ਪਰ ਜੇ ਇਹਨਾਂ ਦੇ ਮੋਹ ਵਿੱਚ ਪਏ ਰਹੀਏ, ਇਹਨਾਂ ਦੇ ਅਵਗੁਣੀ ਖਿਆਲਾਂ ਵਿੱਚ ਪਏ ਰਹੀਏ, ਇਹਨੂੰ ਕਹਿੰਦੇ ਨੇ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਵਿੱਚ ਉਮਰੈ ਸੂਕਰ। ਉਹ ਹਮੇਸ਼ਾ ਗੰਦਗੀ ਖਾਂਦਾ ਰਹੇਗਾ ਸੂਅਰ ਵਾਂਗੂ, ਉਹ ਜੀਂਦੇ ਜੀ ਸੂਅਰ ਹੀ ਬਣ ਜਾਂਦਾ ਹੈ। ਹੁਣ ਅੱਗੇ ਸਾਨੂੰ ਕਹਿੰਦੇ ਨੇ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਉਤਰੈ। ਆਪਣੇ ਸਰੀਰ ਦੇ ਪਿੱਛੇ ਪਏ ਰਹਿਣਾ, ਸਰੀਰ ਦੇ ਸੁੱਖਾਂ ਤੱਕ ਮਹਦੂਦ ਰਹਿਣਾ, ਤਾਂ ਸਰੀਰ ਦੀ ਪਕੜ ਹੋ ਜਾਂਦੀ ਹੈ। ਔਰ ਜਿਸ ਨੂੰ ਸਰੀਰ ਦੀ ਪਕੜ ਹੋ ਜਾਏ ਉਹਨੂੰ ਗੁਰਬਾਣੀ 'ਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਫ਼ਜ਼ ਵਰਤਿਆ ਦੇਹ ਅਧਿਆਸ। ਸਰੀਰ ਦੀ ਪਕੜ, ਜੋ ਸਰੀਰ ਦੀ ਪਕੜ ਹੋ ਜਾਏ ਨਾ, ਮਨੁੱਖ ਮਰਨਾ ਨਹੀਂ ਚਾਹੁੰਦਾ। ਮਨੁੱਖ ਨੂੰ ਸਰੀਰਕ ਮਰਨ ਤੋਂ ਡਰ ਲੱਗਦਾ ਹੈ, ਪਰ ਅਵਗੁਣਾਂ ਵਾਲੀ ਆਤਮਕ ਮੌਤ ਪਲ ਪਲ ਮਰਦਾ ਰਹਿੰਦਾ ਹੈ, ਰੋਜ਼ ਅਨੇਕਾਂ ਜੂਨੀਆਂ ਧਾਰਦਾ ਰਹਿੰਦਾ ਹੈ। ਸੋ ਕਹਿੰਦੇ ਨੇ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਉਤਰੈ। ਉਹ ਪ੍ਰੇਤ ਵਾਲਾ ਜੀਵਨ ਬਣ ਜਾਂਦਾ ਹੁੰਦਾ। ਉਸ ਨੂੰ ਸਰੀਰਕ ਪਕੜ ਦੇ ਕਾਰਨ ਤ੍ਰਿਸ਼ਨਾ ਸਤਾਉਂਦੀ ਹੈ। ਉਹਨੂੰ ਕਹਿੰਦੇ ਨੇ ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਵੇਦਾਂ ਮੇਂ ਨਾਮ ਉੱਤਮ ਸੋ ਸੁਣੇ ਨਾਈ, ਫਿਰੈ ਜਿਉ ਬੇਤਾਲਿਆ। ਤਾਲ ਵਿੱਚ ਉਹਨਾਂ ਦਾ ਜੀਵਨ ਨਹੀਂ ਰਹਿੰਦਾ। ਉਹਨਾਂ ਨੂੰ ਨਾ ਸੌਣ ਦਾ ਪਤਾ ਹੈ, ਨਾ ਜਾਗਣ ਦਾ ਪਤਾ ਹੈ, ਨਾ ਖਾਣ ਦਾ ਪਤਾ ਹੈ, ਨਾ ਬੋਲਣ ਦਾ ਪਤਾ ਹੈ। ਬੇਤਾਲਾ ਜੀਵਨ ਹੋ ਜਾਂਦਾ ਉਹਨਾਂ ਦਾ। ਪ੍ਰੇਤ ਜੋਨ ਵੱਲ ਅਵਤਰੈ। ਉਹ ਮਨੁੱਖਾ ਤਲ ਤੋਂ ਡਿੱਗ ਕੇ ਪ੍ਰੇਤਾਂ ਵਾਲਾ ਜੀਵਨ ਜੀਂਦੇ ਰਹਿੰਦੇ ਹਨ। ਸਾਧ ਸੰਗਤ ਜੀ, ਗੁਰਬਾਣੀ ਅਨੁਸਾਰ ਮਰਨ ਤੋਂ ਬਾਅਦ ਭੂਤ ਪ੍ਰੇਤ ਨਹੀਂ ਹੁੰਦੇ। ਗੁਰਮਤਿ ਅਨੁਸਾਰ ਜੀਂਦੇ ਜੀ ਸਾਡੇ ਅਵਗੁਣੀ ਸੁਭਾਅ ਨੂੰ ਭੂਤ ਪ੍ਰੇਤ ਕਹਿੰਦੇ ਹਨ। ਸਤਿਗੁਰ ਦੀ ਗੱਲ ਸੁਣਾਂਗੇ, ਮਨੁ ਭੂਤਾ ਪ੍ਰੇਤਾਂ ਵਾਲਾ ਜੀਵਨ ਤੋਂ ਛੁਡਾਣਗੇ। ਉਹਨੂੰ ਕਹਿੰਦੇ ਨੇ ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਿਰੈ, ਸਤਿਗੁਰ ਪਾਈਐ ਪੂਰਾ ਨਾਵਣ, ਪਸ਼ੂ ਪ੍ਰੇਤੋਂ ਦੇਵ ਕਰੈ। ਮੈਨੂੰ ਛੁਡਾ ਲੈਣਗੇ, ਛੁਡਾ ਲੈਂਦੇ ਹਨ। ਅੱਗੇ ਹੁਣ ਸਮਝਾਉਂਦੇ ਨੇ ਅੰਤਕਾਲ ਨਾਰਾਇਣ ਸਿਮਰੈ। ਜਦੋਂ ਅਵਗੁਣਾਂ ਦੀ ਫਾਈ ਪਈ ਹੋਵੇ ਨਾ, ਤਾਂ ਉਹ ਅਵਗੁਣਾਂ ਦੀ ਫਾਈ ਨੂੰ ਸੂਲੀ ਕਹਿੰਦੇ ਨੇ। ਸੂਲੀ ਤੋਂ ਛੁੱਟ ਜਾਣਾ। ਜਿਹੜੀ ਘਰ ਦੀ ਦਾਦੀ ਨੂੰ ਭੈੜਾ ਸਲੂਕ ਕਰੇ, ਘਰ ਦੀ ਦਾਦੀ ਸਾਰੇ ਕੰਮ ਵੀ ਕਰੇ, ਔਰ ਦੋਤਰੇ ਪੋਤਰੇ ਉਹਨੂੰ ਸਾਰਾ ਦਿਨ ਰੌਲਾ ਪਾ ਕੇ ਤੰਗ ਵੀ ਕਰਨ, ਔਰ ਜਿਹੜਾ ਜਣਾ ਖਣਾ ਆਵੇ ਉਹਦੇ 'ਤੇ ਹੁਕਮ ਵੀ ਚਲਾਵੇ, ਤਾਂ ਉਹ ਦਾਦੀ ਪਤਾ ਹੀ ਕਹਿੰਦੀ ਹੈ, ਤੁਸੀਂ ਸਾਰਿਆਂ ਨੇ ਰਲ ਕੇ ਮੈਨੂੰ ਸੂਲੀ 'ਤੇ ਚਾੜਿਆ ਹੋਇਆ, ਮੈਂ ਤੁਹਾਡੀ ਸੂਲੀ ਤੋਂ ਤੰਗ ਆ ਗਈ ਹਾਂ। ਇਹ ਜੋ ਕਹਿੰਦੀ ਹੈ, ਪਰ ਉਹਨੂੰ ਸੱਚੀ ਮੁੱਚੀ ਸੂਲੀ 'ਤੇ ਨਹੀਂ ਚਾੜਿਆ ਹੁੰਦਾ। ਉਹ ਦਿਨ ਰਾਤ ਜੋ ਕੰਮਾਂ ਦੇ ਵਿਚਕਾਰ ਵਿਚਾਰੀ ਦੁਖੀ ਹੁੰਦੀ ਹੈ, ਔਰ ਉਹਦਾ ਕੀਤਾ ਨਾ ਜਾਣਨਾ, ਉਹਦਾ ਧੰਨਵਾਦ ਨਾ ਕਰਨਾ, ਔਰ ਉਹਨੂੰ ਅੱਗੋਂ ਬੁਰਾ ਭਲਾ ਕਹਿਣਾ, ਕੱਲ੍ਹ ਦੀ ਆਈ ਨੂੰ ਸਿਰ 'ਤੇ ਚੜ੍ਹ ਜਾਏ, ਤਾਂ ਉਹ ਆਪਣੇ ਆਪ ਨੂੰ ਸੂਲੀ 'ਤੇ ਚੜ੍ਹਿਆ ਸਮਝਦੀ ਹੈ। ਉਹਨੂੰ ਕਹਿੰਦੇ ਨੇ ਸੂਲੀ 'ਤੇ ਨਾਰਾਇਣ ਰਾਖ। ਉਹ ਵਾਲੀ ਮੱਤ ਜਿਹੜੀ ਮਨੂੰ ਸੂਲੀ ਤੋਂ ਚੜ੍ਹਨ ਤੋਂ ਬਚਾਉਂਦੀ ਹੈ, ਸੂਲੀ 'ਤੇ ਅਵਗੁਣਾਂ ਤੋਂ ਮੈਨੂੰ ਬਚਾਉਂਦੀ ਹੈ। ਅੰਤਕਾਲ ਨਾਰਾਇਣ ਸਿਮਰੈ। ਜੇਕਰ ਮਨੂੰ ਵਿਕਾਰ ਸਤਾਨ, ਔਰ ਮੈਂ ਉਸ ਵੇਲੇ ਉਹ ਵਾਲੀ ਮੱਤ ਲਵਾਂ ਜਿਹਦੇ ਨਾਲ ਮੈਂ ਅਵਗੁਣ ਤੋਂ ਛੁੱਟ ਸਕਦਾ ਹਾਂ। ਐਸੀ ਚਿੰਤਾ ਮੈਂ ਜੇ ਮਰੈ। ਜੇ ਕੋਈ ਇਸ ਤਰ੍ਹਾਂ ਆਪਣਾ ਧਿਆਨ ਰੱਖੇ,
बदत लोचन ते नर मुक्ता, वो जींदे जी मुकत हो गया। भगत लोचन जी कहते ने बदत लोचन ते नर मुक्ता, पीतांबर वाकै हृदय बसै। ਉਹਦੇ ਅੰਦਰ ਰੱਬ ਜੀ ਬਸਦੇ ਨੇ, ਕਿਉਂਕਿ ਉਸ ਨੂੰ ਮੱਤ ਉੱਤੇ ਸੱਚ ਦਾ ਝੋਲਾ ਪਾ ਲਿਆ। ਜਮ ਉਸ ਨੂੰ ਨਗਨ ਨਹੀਂ ਕਰ ਸਕਦੇ, ਉਹਦੀ ਦ੍ਰੋਪਤੀ ਨੂੰ ਨਗਨ ਨਹੀਂ ਕੀਤਾ ਜਾ ਸਕਦਾ। ਉਹਨੇ ਸੱਚ ਦਾ ਝੋਲਾ ਪਾ ਲਿਆ। ਗੁਰਬਾਣੀ 'ਚ ਆਏਗਾ, ਗੁਰਮੰਤਰ ਹੀਣस्य ਜੋ ਪ੍ਰਾਣੀ ਤ੍ਰਿਗੰਤ ਜੋਨ ਪ੍ਰਸ਼ਟਣੈ। ਅੱਗੇ ਕਹਿੰਦੇ ਨੇ ਕੂਕਰੈ ਸੂਕਰੈ ਗਰਦ ਬੈ ਕਾਕੈ ਸਰਪਨ ਤੁਲਖਲੈ। ਜੋ ਸਤਿਗੁਰ ਦੀ ਮੱਤ ਨਹੀਂ ਲੈਂਦਾ, ਮਾਨੋ ਰਾਵ ਵਾਂਗੂ ਗੋਬਿੰਦ ਨਾ ਬਿਸਰ ਗਿਆ, ਉਹ ਕੂਕਰੈ ਕੁੱਤੇ ਦੀ ਨਿਆਈ, ਸੂਕਰੈ ਸੂਰ ਦੀ ਨਿਆਈ, ਗਰਦ ਬੈ ਖੋਤੇ ਦੀ ਨਿਆਈ, ਗਧੇ ਦੀ ਨਿਆਈ, ਕਾਕੈ ਕਾਂ ਦੀ ਨਿਆਈ, ਸਰਪਨੈ ਸੱਪ ਦੀ ਨਿਆਈ, ਉਹਦੇ ਬਰਾਬਰ ਹੋ ਜਾਂਦਾ ਹੈ। ਗੁਰਮੰਤਰ ਮੀਨਸ ਜਿਹਨੇ ਸਤਿਗੁਰ ਦੀ ਮੱਤ ਨਹੀਂ ਲਈ, ਜਿਹਨੇ ਗੋਬਿੰਦ ਨਾਮ ਵਿਸਾਰ ਦਿੱਤਾ, ਜਿਹਨੇ ਚੰਗੇ ਗੁਣ ਛੱਡ ਦਿੱਤੇ ਨੇ। ਗੁਰਮੰਤਰ ਹੀਣस्य ਜੋ ਪ੍ਰਾਣੀ, ਹੀਣस्य ਮਤਲਬ ਬਿਨਾ ਉਸਦੇ, ਉਸੋਂ ਹੀਣਾ ਹੈ, ਵਿਦਾਊਟ, ਜੋ ਸਤਿਗੁਰ ਦੀ ਮੱਤ ਨਹੀਂ ਲੈਂਦਾ। ਗੁਰਮੰਤਰ ਹੀਣस्य ਜੋ ਪ੍ਰਾਣੀ ਤ੍ਰਿਗੰਤ ਜੋਨ ਪ੍ਰਸ਼ਟਣੈ, ਉਹ ਤ੍ਰਿਗਾਕਾਰ ਲਾਨਤ ਪੈਣ ਵਾਲੀ ਜੂਨ ਦੇ ਵਿੱਚ ਪੈ ਜਾਂਦਾ ਹੈ। ਜੀਂਦੇ ਜੀ ਇੱਥੇ ਹੀ ਦੇਖਣ ਵਿੱਚ ਮਨੁੱਖ ਲੱਗਦਾ ਹੈ। ਕੈਸੀ ਜੂਨਾਂ ਵਿੱਚ ਪੈ ਜਾਂਦਾ ਹੈ? ਗੁਰੂ ਸਾਹਿਬ ਕਹਿੰਦੇ ਨੇ ਉਹ ਦੇਖਣ ਵਿੱਚ ਮਨੁੱਖ ਲੱਗਦਾ ਹੈ, ਪਰ ਕੂਕਰੈ ਸੂਕਰੈ ਗਰਦ ਬੈ ਕਾਕੈ ਸਰਪਨ ਤੁਲ ਖਲੈ। ਤੁਲ ਬਰਾਬਰ, ਖਲਾ ਮੀਨਸ ਉਹਨਾਂ ਦੇ ਬਰਾਬਰ ਹੋ ਜਾਂਦਾ ਹੈ। ਦੇਖਣ ਵਿੱਚ ਪ੍ਰਾਣੀ ਮਨੁੱਖ ਲੱਗਦਾ ਹੈ। ਹੁਣ ਇਹ ਜਿਹੜਾ ਕੁੱਤਾ ਸੱਪ ਗਾਂ ਬਿੱਲੀ ਬਣ ਗਿਆ ਹੈ, ਇਹਨੂੰ ਮੁੜ ਕੇ ਮਨੁੱਖ ਬਣਾਉਣਾ ਹੈ, ਤਾਂ ਗੁਰੂ ਸਾਹਿਬ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ। ਜੇ ਤੂੰ ਗੁਰੂ ਦੀ ਮੱਤ ਲਵੇਂ ਔਰ ਉਸ ਅਨੁਸਾਰ ਜੀਵਨ ਜੀਵੇਂ, ਇਹਨੂੰ ਗੁਰੂ ਦੀ ਸੇਵਾ ਕਹਿੰਦੇ ਨੇ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਈ ਪਾਈ। ਤਾਂ ਮੰਨਣਾ ਪੈਂਦਾ ਕਿ ਉਹ ਮਨੁੱਖ ਬਣ ਗਿਆ, ਵਰਨਾ ਇਸ ਸਰੀਰ ਨੂੰ ਮਨੁੱਖ ਨਹੀਂ ਕਹਿੰਦੇ ਨੇ। ਇੰਗਲਿਸ਼ ਵਿੱਚ ਅਸੀਂ ਆਪਣੇ ਆਪ ਨੂੰ ਹਿਊਮਨ ਬੀਇੰਗ ਕਹਿੰਦੇ ਹਾਂ, ਮੀਨਸ ਅਸੀਂ ਇਨਸਾਨ ਹਾਂ। ਇੰਗਲਿਸ਼ ਵਿੱਚ ਕਹਿੰਦੇ ਨੇ ਵੀ ਆਰ ਨਾਟ ਹਿਊਮਨ ਬੀਇੰਗਸ, ਰਾਦਰ ਵੀ ਆਰ ਬਿਕਮਿੰਗ ਹਿਊਮਨਸ। ਅਸੀਂ ਇਨਸਾਨ ਨਹੀਂ ਹਾਂ, ਪਰ ਅਸੀਂ ਚੰਗੇ ਚੰਗੇ ਗੁਣ ਸਿੱਖ ਕੇ ਇਨਸਾਨ ਬਣ ਰਹੇ ਹਾਂ। ਗੁਰਬਾਣੀ ਸਾਨੂੰ ऐसे गुरु को बल बल जाइए आप मुकतमय तारे, जे 100 चंदा उगवै सूरज चढ़े जार, एते चंदन होंदिया गुर बिन घोर अंधार। उस गुरु बिना हनेरा रहिंदा है और असी पशुओं वाला जीवन जींदे रहंदे हां। गुरु मनु पशु तो जिन मानस ते देवते किए करता लागी वार। जदों मैं पशु हाँ ना, उस वेले उस अवस्था नूं मानस कहंदे ने, इस शरीर ਨੂੰ ਮਾਨਸ ਨਹੀਂ ਕਹਿੰਦੇ ਨੇ। ਜਦੋਂ ਮੈਂ ਪਸ਼ੂ ਅਵਸਥਾ ਜਾ ਉਹਨੂੰ ਮਾਨਸ। ਜਿਨ ਮਾਨਸ ਤੇ ਦੇਵਤੇ ਕੀਏ, ਮਨੂੰ ਚੰਗੇ ਗੁਣਾ ਵਾਲਾ ਬਣਾ ਦਿੱਤਾ, ਕਰਤ ਨਾ ਲਾਗੀ ਵਾਰ। ਜੇ 100 ਚੰਦਾ ਉਗਵੇਂ, ਅਸੀਂ ਆਸਾ ਕੀ ਵਾਰੀ 'ਚ ਪੜ੍ਹਦੇ ਹਾਂ, ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੋ ਗੁਰੂ ਦੀ ਗੱਲ ਸੁਣ ਕੇ ਅਸੀਂ ਪਸ਼ੂਤਾ और पंछियां और कावां तो कुसंगत छड़ के, उन्होंने कहते हैं कबीर मन पंखी पे हो, उड़ उड़दे दिस जाए। देखने च मैं मनुख लग रहा पर मैं पंखी बन गया, बर्ड बन गया, उड़ उड़दे दिस जाए। मैं किन्नियां थावां ते चला जांदा ख्याल करके। जो जैसी संगत मिले सो तैसो फल खाए। मैं जैसी जैसे ख्यालों वाली संगत करदा, वैसे वैसा फल खांदा रहंदा, वैसा मेरा सुभाव बन जाता है। सो असी अज के प्रोग्राम में सिक्ख्या अंतकाल जो लक्ष्मी सिमरिया वाले शब्द का रहाओ कि मैनू सच नहीं छड्डना, रब नूं याद रखना है, भाव रब्बी गुणां नूं याद रखना है। रब्बी गुण ना याद रखां तो मेरी अवस्था बनती है सप वाली,
ਕਿਉਂਕਿ ਮੈਂ ਮਨ ਦੇ ਖਿਆਲਾਂ ਵਾਲੀ ਲక్ష్ਮੀ ਨੂੰ ਸਿਮਰਦਾ ਰਹਿੰਦਾ। ਬੇਸਵਾ ਵਾਲੀ ਬਣ ਜਾਂਦੀ ਹੈ ਕਿਉਂਕਿ ਮੈਂ ਮਨ ਕੀ ਮਤ ਵਾਲੀ ਇਸਤਰੀ ਨੂੰ ਸਿਮਰਦਾ ਰਹਿੰਦਾ। ਸੂਅਰ ਵਾਲੀ ਬਣ ਜਾਂਦੀ ਹੈ ਕਿਉਂਕਿ ਮੈਂ ਮਨ ਕੀ ਅਵਸਥਾ ਵਾਲੇ ਮਨ ਦੇ ਖਿਆਲਾਂ ਰੂਪੀ ਲੜਕੇ ਲੜਕੀਆਂ ਨੂੰ ਸਿਮਰਦਾ ਰਹਿੰਦਾ। ਅਤੇ ਮੈਂ ਪ੍ਰੇਤ ਅਵਸਥਾ 'ਚ ਹੋ ਜਾਂਦਾ ਹਾਂ ਕਿਉਂਕਿ ਮੈਂ ਆਪਣੇ ਸਰੀਰ ਦੇ ਨਾਲ ਸਰੀਰਕ ਸੁੱਖਾਂ ਤੱਕ ਚੰਬੜਿਆ ਰਹਿੰਦਾ ਹਾਂ। ਜੇ ਮੈਂ ਸਤਿਗੁਰ ਦੀ ਮੱਤ ਲੈ ਲਾਂ ਤਾਂ ਇਸ ਸਾਰੀ ਸੂਲੀ ਤੋਂ ਸੁਲਹੀ ਤੇ ਨਾਰਾਇਣ ਰਾਖ ਮੇਰਾ ਹੋ ਸਕਦਾ ਹੈ, ਉਹ ਮੈਂ ਛੁੱਟ ਸਕਦਾ ਹਾਂ। ਅੱਜ ਦੇ ਸ਼ਬਦ ਵਿਚਾਰਾਂ ਸਾਂਝ ਕਰਦੇ ਹਾਂ। ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਮੈਂ ਖਿਮਤ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।